एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आदि सच जुगाद सच है भी सच नानक होसी भी सच मैं मूर्ख की केतक बात है कोट पराधी तरियारे गुरु नानक जिन सुनिया पेखिया से फिर गरबास ना परिया रे जो मांग है ठाकुर अपने ते सोई सोई देवै नानक दास मुख ते जो बोलै इहा उहा सच होवै प्रभ दाता दातार परयो जाचक एक सरना मैदान संतरेन जेह लग भवजल तरना बिनत करह अरदास सुन हो जे ठाकुर भावै देहो दर्श मन चाओ भगत एह मन ठहरावै भलियो चिराग अंधियार मह सब काल उदरी एक नाम धर्म प्रगट सगल हर भवन मह जन नानक गुर पार ब्रह्म बिहार अथाह अगनत अतुल ज्यो बुलावहो त्यों नानक दास बोलै बेसुमार अथाह अगनत अतुल ज्यों लावहो त्यों नानक दास बोलै।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣਿਐ ਈਸਰ ਬਰਮਾ ਇੰਦ, ਸੁਣਿਐ ਮੁਖ ਸਾਲਾਹਣ ਮੰਦ, ਸੁਣਿਐ ਈਸਰ ਬਰਮਾ ਇੰਦ, ਸੁਣਿਐ ਮੁਖ ਸਾਲਾਹਣ ਮੰਦ, ਸੁਣਿਐ ਜੋਗ ਜੁਗਤ ਤਨ ਭੇਦ, ਸੁਣਿਐ ਸਾਸਤ ਸਿਮਰਿਤ ਵੇਦ, ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ, ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਦ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ, ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਨਿਤ ਦੀ ਮਰਜ਼ਾਦਾ ਅਨੁਸਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਜਿਵੇਂ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਪਾਵਨ ਗੁਰਬਾਣੀ, ਅੰਮ੍ਰਿਤਮਈ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੀ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਜਪਜੀ ਸਾਹਿਬ ਜੋ ਪਾਵਨ ਬਾਣੀ ਦੀ ਕਥਾ ਚੱਲ ਰਹੀ ਹੈ, ਭਾਵਨਾ ਸਹਿਤ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ ਬੈਠ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਿੱਧਾਂ ਦੇ ਨਾਲ ਜਿਵੇਂ ਗੋਸ਼ਟ ਵਿਚਾਰ ਹੋ ਰਹੀ ਹੈ, ਸੁਮੇਰ ਪਰਬਤ ਤੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੈਰਾਗਮਈ ਉਪਦੇਸ਼ ਬਖਸ਼ਿਸ਼ ਕੀਤਾ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ। ਇਹ 7ਵੀਂ ਪੌੜੀ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੈਰਾਗਮਈ ਉਪਦੇਸ਼ ਬਖਸ਼ਿਸ਼ ਕੀਤਾ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਨੂੰ ਸਭ ਤੋਂ ਮਹਾਨ ਦਰਸਾਇਆ ਕਿ ਭਾਵੇਂ ਚੌਹਾਂ ਯੁੱਗਾਂ ਜਿੰਨੀ ਫਿਰ 10 ਗੁਣਾ ਹੋਰ ਵੱਧ ਭਾਵੇਂ ਕਿਸੇ ਮਨੁੱਖ ਦੀ ਉਮਰ ਹੋ ਜਾਵੇ, ਪਰ ਪਰਮੇਸ਼ਰ ਦੇ ਸਿਮਰਨ ਤੋਂ ਬਿਨਾਂ ਸਾਰੀ ਉਮਰ ਅਕਾਰਤ ਹੈ, ਕਿਸੇ ਵੀ ਲੇਖੇ ਵਿੱਚ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਜਦੋਂ ਨਾਮ ਦੀ ਮਹਿਮਾ ਕਥਨ ਕੀਤੀ ਕਿ ਸਭ ਤੋਂ ਉੱਤਮ ਪਰਮਾਤਮਾ ਦਾ ਨਾਮ ਹੈ,
ਜਿੰਨੀ ਦੇਰ ਤੱਕ ਵਾਹਿਗੁਰੂ ਦਾ ਨਾਮ ਨਹੀਂ ਜਪਿਆ ਜਾਂਦਾ, ਉਨੀ ਦੇਰ ਤੱਕ ਕਦਾਚਿਤ ਵੀ ਜੀਵਨ ਕਿਰਤਾਰਥ ਨਹੀਂ ਕੀਤਾ ਜਾ ਸਕਦਾ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾਮ ਦੁਆਰਾ ਹੀ ਜੀਵਨ ਦੀ ਸਫਲਤਾ ਦਰਸਾਈ ਤੇ ਕਹਿਣ ਲੱਗੇ, ਮਹਾਰਾਜ ਫਿਰ ਨਾਮ ਸਰਵਣ ਕਰਨ ਦਾ ਮਹਾਤਮ ਕਿਰਪਾ ਕਰਕੇ ਦਰਸਾਵੋ। हे ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ, ਪਰਮੇਸ਼ਰ ਦੇ ਨਾਮ ਸਰਵਣ ਕਰਨੇ ਦਾ ਕੀ ਮਹਾਤਮ ਹੈ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 4 ਪੌੜੀਆਂ ਸਾਧ ਸੰਗਤ ਜੀ ਸੁਣਨ ਦੇ ਪ੍ਰਥਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀਆਂ ਨੇ। ਗਰੀਬ ਨਵਾਜ ਸਤਿਗੁਰੂ ਜੀ ਨੇ ਜੋ ਪੌੜੀਆਂ ਉਚਾਰਨ ਕੀਤੀਆਂ ਨੇ 8ਵੀਂ 9ਵੀਂ 10ਵੀਂ ਤੇ 11ਵੀਂ, ਇਹ 4 ਪੌੜੀਆਂ 7ਵੀਂ ਪੌੜੀ ਦੇ ਅੰਦਰ ਸਿੱਧਾਂ ਦੇ ਬੇਨਤੀ ਕਰਨ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੈਰਾਗਮਈ ਉਪਦੇਸ਼ ਬਖਸ਼ਿਸ਼ ਕੀਤਾ ਹੈ। ਔਰ ਹਜੂਰ ਨੇ ਸਾਧ ਸੰਗਤ ਤੇ 4 ਪੌੜੀਆਂ ਦੇ ਅੰਦਰ ਜੋ ਸ਼ਰਵਣ ਭਗਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਦਾ ਮਹਾਤਮ ਦਰਸਾਇਆ ਹੈ। ਕਿਉਂਕਿ ਕੱਲ ਵੀ ਬੇਨਤੀ ਕੀਤੀ ਸੀ, ਪਰ ਸਮਾਂ ਸੀਮਿਤ ਹੋਣੇ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਪ੍ਰਾਰੰਭਤਾ ਹੋਣੀ ਸੀ, ਕੇਵਲ ਸੰਖੇਪ ਰੂਪ ਦੇ ਵਿੱਚ ਹੀ ਵਿਚਾਰ ਕਰਕੇ ਫਿਰ ਸਮਾਪਤੀ ਕਰ ਦਿੱਤੀ ਸੀ। ਇਸ ਲਈ ਜੋ ਸਾਧ ਸੰਗਤ ਜੀ ਸ਼ਰਵਣ ਭਗਤੀ ਹੈ, ਸੁਣਕਣਾ ਪਰਮੇਸ਼ਰ ਦਾ ਜਸ ਸਰਵਣ ਕਰਨਾ, ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਸੁਣਨਾ ਹੈ, ਇਹ ਸਭ ਤੋਂ ਉੱਤਮ ਭਗਤੀ ਮੰਨੀ ਹੈ। 9 ਪ੍ਰਕਾਰ ਦੀ ਨਵਦਾ ਭਗਤੀ ਤੋਂ ਉੱਤਮ ਭਗਤੀ ਜਿਹੜੀ ਹੈ, ਸਭ ਤੋਂ ਪਹਿਲੀ ਭਗਤੀ ਹੈ ਉਹ ਪਰਮੇਸ਼ਰ ਦਾ ਜਸ ਸੁਣਨ ਦੀ। ਪਰ ਜੇ ਭਾਵਨਾ ਦੇ ਨਾਲ ਸਰਵਣ ਕਰੇ ਤਾਂ ਮਨ ਵਿੱਚ ਸ਼ਰਧਾ ਹੋਵੇ ਔਰ ਹਿਰਦੇ ਅੰਦਰ ਵਿਸ਼ਵਾਸ ਹੋਵੇ। ਇਸ ਲਈ ਹਜੂਰ ਨੇ ਇਹ ਸਾਧ ਸੰਗਤ ਜੀ ਉਪਦੇਸ਼ ਬਖਸ਼ਿਸ਼ ਕੀਤਾ ਕਿ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਜਸ ਸਰਵਣ ਕਰਦੇ ਹੈ, ਪਰਮਾਤਮਾ ਦੇ ਨਾਮ ਨੂੰ ਸਰਵਣ ਕਰਦੇ ਹਨ, ਤਿਨਾਂ ਦੇ ਸਾਧ ਸੰਗਤ ਜੀ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ, ਹੈ ਸਿੱਧੋ ਜਿਤਨੇ ਵੀ ਤੁਹਾਡੇ ਸਿੱਧ ਹੈ ਨਾ 84 ਮੁਖ, ਇਹਨਾਂ ਸਿੱਧਾਂ ਦੀ ਗਿਣਤੀ ਆਉਂਦੀ ਹੈ ਇਤਿਹਾਸ ਦੇ ਅੰਦਰ। ਕਹਿੰਦੇ ਹਨ ਇਸ ਸਿੱਧ ਪਦਵੀ ਨੂੰ ਵੀ ਨਾਮ ਸਰਵਣ ਕਰਨੇ ਕਰਕੇ ਹੀ ਪ੍ਰਾਪਤ ਕੀਤਾ। ਕਿਉਂਕਿ ਸਾਧ ਸੰਗਤ ਜੀ ਇਹ ਪੁਰਾਣਕ ਕਥਾ ਹੈ, ਜਿਸ ਸਮੇਂ ਸ਼ਿਵ ਜੀ ਪਾਰਵਤੀ ਦੇ ਤਾਈ ਅਮਰ ਕਥਾ ਸੁਣਾ ਰਹੇ ਸੀ, ਉਸ ਸਮੇਂ ਕਹਿੰਦੇ ਕਿ ਪਾਰਵਤੀ ਨੂੰ ਆਲਸ ਆ ਗਿਆ ਤੇ ਨੀਂਦਰਾ ਅਧੀਨ ਹੋ ਜਾਣਾ ਕੀਤਾ। ਆਲਸ ਅਧੀਨ ਹੋ ਕਰਕੇ ਸੌਂ ਗਈ। ਕਥਾ ਸੁਣਦਿਆਂ ਤੇ ਸਮੁੰਦਰ ਦੇ ਕਿਨਾਰੇ ਇੱਕ ਮੱਛੀ ਸੀ, ਸਾਧ ਸੰਗਤ ਅਚਲ ਹੋ ਕਰਕੇ ਸੁਣਦੀ ਰਹੀ। ਜਦੋਂ ਜਾਗ ਖੁੱਲੀ ਤੇ ਪੁੱਛਿਆ ਕਿ ਭਗਵਾਨ ਜੀ ਇਹ ਮੱਛੀ ਦਾ ਸੁਭਾਅ ਤੇ ਚੰਚਲ ਹੁੰਦਾ ਪਰ ਇਹ ਅਚਲ ਹੈ, ਇਹ ਕਾਰਨ ਕੀ? ਕਹਿਣ ਲੱਗੇ, ਹੈ ਪਾਰਵਤੀ ਤੂੰ ਤਾਂ ਕਥਾ ਸੁਣਦੀ ਸੌਂ ਗਈ ਸੀ, ਪਰ ਇਹ ਜੋ ਮੱਛੀ ਹੈ ਨਾ ਅਚਲ ਤਾਂ ਹੋਣਾ ਕੀਤਾ ਇਸਨੇ ਅਮਰ ਕਥਾ ਸੁਣਦਾ ਹੀ ਹੈ। ਆਉਣ ਵਾਲੇ ਸਮੇਂ ਵਿੱਚ ਇਹਦੇ ਵਿੱਚ ਇੱਕ ਮਛੰਦਰਨਾਥ ਯੋਗੀ ਪੈਦਾ ਹੋਵੇਗਾ। ਸਾਧ ਸੰਗਤ ਜੀ ਅਜਿਹਾ ਹੀ ਹੋਇਆ। ਜਿਸ ਸਮੇਂ ਸਾਧ ਸੰਗਤ ਜੀ ਮੋਹਣੀ ਅਵਤਾਰ ਹੋਇਆ, ਭੋਲੇਨਾਥ ਸ਼ਿਵ ਜੀ ਦਾ ਕਹਿੰਦੇ ਹਨ ਮਨ ਅਸਥਿਰ ਹੋ ਜਾਣਾ ਕੀਤਾ। ਉਸ ਸਮੇਂ ਉਹ ਧਾਤੂ ਜਿਹੜੀ ਸਮੁੰਦਰ ਦੇ ਅੰਦਰ ਸਾਧ ਸੰਗਤ ਉਸੇ ਮੱਛੀ ਨੇ ਨਿਕਲੀ, ਉਹਦੇ ਤੋਂ ਮਛੰਦਰਨਾਥ ਜੋਗੀ ਪੈਦਾ ਹੋਇਆ ਸੀ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿਣ ਲੱਗੇ, ਹੈ ਸਿੱਧੋ ਤੁਹਾਡਾ ਜੋ ਇਹ 84 ਸਿੱਧਾਂ ਦੀ ਗਿਣਤੀ ਹੈ, ਫਿਰ ਮਛੰਦਰਨਾਥ ਹੈ, ਇਹ ਨਾਮ ਸੁਣਨੇ ਕਰਕੇ ਹੀ ਉਹਨਾਂ ਦਾ ਸੰਸਾਰ ਦੇ ਅੰਦਰ ਜਨਮ ਹੋਇਆ। ਯੋਗ ਮਤ ਨੂੰ ਧਾਰਨ ਕੀਤਾ, ਯੋਗ ਨੂੰ ਕਮਾਇਆ, 10ਮ ਦਵਾਰ ਦੇ ਵਿਸ਼ਵਾਸ ਚੜਾਉਣਾ ਕੀਤੇ ਹੈ। ਇਹ ਨਾਮ ਤੋਂ ਬਿਨਾਂ ਕਦਾਚਿਤ ਪ੍ਰਾਪਤ ਹੋ ਹੀ ਨਹੀਂ ਸਕਦਾ। ਫਿਰ ਧਰਤੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਕਥਨ ਕੀਤਾ, 14 ਲੋਕ, ਫਿਰ ਦੀਪ ਹਨ, ਫਿਰ ਪਤਾਲ ਹਨ, ਇਹ ਸਭ ਦਾ ਗਿਆਤ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਪਰਮੇਸ਼ਰ ਦੇ ਨਾਮ ਸੁਣਨੇ ਕਰਕੇ ਹੀ ਪ੍ਰਾਪਤ ਹੁੰਦਾ ਹੈ। ਗਰੀਬ ਨਵਾਜ ਸਤਿਗੁਰੂ ਜੀ ਨੇ ਇਹ ਕਥਨ ਕੀਤਾ ਕਿ ਪਰਮੇਸ਼ਰ ਦਾ ਨਾਮ ਸੁਣਨੇ ਕਰਕੇ ਕਾਲ ਜੀਵ ਨੂੰ ਪੋ ਨਹੀਂ ਸਕਦਾ। ਫਿਰ ਦੁੱਖ ਤੇ ਪਾਪ ਜੀਵ ਦੇ ਦੂਰ ਹੋ ਜਾਂਦੇ ਨੇ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 4 ਪੌੜੀਆਂ ਦੇ ਸਰਵਣ ਵਾਲੀਆਂ ਚੋਂ ਪਹਿਲੀ ਪੌੜੀ ਅੰਦਰ ਉਪਦੇਸ਼ ਬਖਸ਼ਿਸ਼ ਕੀਤਾ।
ਗਰੀਬ ਨਵਾਜ ਸਤਿਗੁਰੂ ਜੀ ਨੂੰ ਸਿੱਧਾ ਨੇ ਫੇਰ ਬੇਨਤੀ ਕੀਤੀ, ਮਹਾਰਾਜ ਹੋਰ ਕਿਰਪਾ ਕਰਕੇ ਸਰਵਣ ਦਾ ਮਹਾਤਮ ਦਰਸਾਵੋ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਅਗਲੀ ਪੌੜੀ ਦੇ ਅੰਦਰ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ, ਪਿਆਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ। ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣਿਐ ਈਸਰ ਬਰਮਾ ਇੰਦ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ ਹੈ, ਹੇ ਸਿੱਧੋ, ਪਰਮਾਤਮਾ ਦਾ ਨਾਮ ਸਰਵਣ ਕਰਨੇ ਕਰਕੇ ਜਗਤ ਅੰਦਰ ਈਸ਼ਰ ਜੋ ਸ਼ਿਵ ਜੀ ਹੈ, ਫਿਰ ਬਰਮਾ ਜੋ ਬ੍ਰਹਮਾ ਹੈ, ਇੰਦ ਨਾਮ ਸਾਧ ਸੰਗਤ ਜੀ ਚੰਦਰਮਾ ਦਾ ਵੀ ਹੈ, ਤੇ ਇੰਦ ਇੱਥੇ ਇੰਦਰ ਦੇਵਤੇ ਦਾ ਵਾਚਕ ਵੀ ਹੈ। ਤਿੰਨ ਤਰ੍ਹਾਂ ਕਰਕੇ ਇਹਦੇ ਅਰਥ ਆਉਣਗੇ। ਔਰ ਵਿਸ਼ਨੂੰ ਭਗਵਾਨ ਦਾ ਵੀ ਇੰਦ ਇਹ ਵਾਚਕ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਇਹਨਾਂ ਦੇਵਤਿਆਂ ਦੇ ਪ੍ਰਤੀ ਜੋ ਗਿਆਨ ਹੈ ਪਰਮੇਸ਼ਰ ਦੇ ਨਾਮ ਸਰਵਣ ਕਰਨੇ ਕਰਕੇ ਪ੍ਰਾਪਤ ਹੁੰਦਾ ਹੈ। ਸੁਣਿਆ ਈਸ਼ਰ ਬਰਮਾ ਇੰਦ। ਜਿਸ ਵੇਲੇ ਸਾਧ ਸੰਗਤ ਜੀ ਜੋ ਦੇਵਤਿਆਂ ਤੇ ਦੈਂਤਾਂ ਨੇ ਮਿਲ ਕਰਕੇ ਸਮੁੰਦਰ ਦਾ ਮੰਥਨ ਕੀਤਾ ਸੀ, ਜਿਹੜੇ 14 ਰਤਨ ਨਿਕਲੇ ਸਨ, ਉਹਨਾਂ ਦੇ ਵਿੱਚੋਂ ਜ਼ਹਿਰ ਵੀ ਨਿਕਲਿਆ ਤੇ ਉਹ ਲਿਆ ਕਰਕੇ ਸ਼ਿਵ ਜੀ ਨੂੰ ਦੇ ਦਿੱਤਾ। ਸਾਧ ਸੰਗਤ ਸ਼ਿਵਾ ਨੇ ਕਹਿੰਦੇ ਜਦੋਂ ਜ਼ਹਿਰ ਜਿਹੜਾ ਸੀ ਨਾ ਆਪਣੇ ਕੰਠ ਦੇ ਅੰਦਰ ਹੀ ਧਾਰਨ ਕਰ ਲਿਆ ਸੀ, ਪਰਮੇਸ਼ਰ ਦੇ ਨਾਮ ਦੇ ਸੁਣਨੇ ਦੇ ਐਸੇ ਮਹਾਤਮ ਐਸੇ ਪ੍ਰਤਾਪ ਦੇ ਕਰਕੇ ਸ਼ਿਵ ਜੀ ਦੇ ਕਹਿੰਦੇ ਸਰੀਰ ਨੂੰ ਉਹ ਜ਼ਹਿਰ ਗਾਲ ਨਹੀਂ ਸੀਗਾ ਸਕਿਆ, ਔਰ ਕੰਠ ਜਿਹੜਾ ਨੀਲਾ ਹੋ ਗਿਆ ਸੀ। ਇਸੇ ਤੋਂ ਨਾਮ ਪਿਆ ਸੀ ਨੀਲਕੰਠ। ਸ਼ਿਵ ਜੀ ਦਾ ਨਾਮ ਹੈ ਨੀਲਕੰਠ ਵੀ ਆਉਂਦਾ ਹੈ। ਔਰ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਜੋ ਸ਼ਿਵਾ ਹੈ ਪਰਮਾਤਮਾ ਦੇ ਨਾਮ ਸਰਵਣ ਕਰਨੇ ਕਰਕੇ ਐਸੇ ਕਹਿੰਦੇ ਪ੍ਰਤਾਪ ਨੂੰ ਪ੍ਰਾਪਤ ਕੀਤਾ। ਔਰ ਜਿਹੜੀ ਜ਼ਹਿਰ ਸੀ ਸਾਧ ਸੰਗਤ ਤੋਂ ਸਰੀਰ ਨੂੰ ਗਾਲ ਨਹੀਂ ਸਕੀ, ਉਹ ਕੰਠ ਦੇ ਵਿੱਚ ਹੀ ਉਹਨੂੰ ਪਚਾ ਕਰਕੇ ਰੱਖ ਲਿਆ ਸੀਗਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤਾ, ਇਹ ਜੋ ਦੇਵੀ ਸ਼ਕਤੀਆਂ ਹਨ ਪਰਮੇਸ਼ਰ ਦੇ ਨਾਮ ਦੀ ਬਦੌਲਤ ਐਸੀ ਜਗਤ ਅੰਦਰ ਉੱਚ ਪਦਵੀ ਨੂੰ ਪ੍ਰਾਪਤ ਹੋਈਆਂ ਹਨ। ਕਿਉਂਕਿ ਬ੍ਰਹਮਾ ਜਗਤ ਦੇ ਜੀਵਾਂ ਦੀ ਘਾੜਤ ਨੂੰ ਕੱਢਦੇ ਹਨ, ਔਰ ਵਿਸ਼ਨੂੰ ਭਗਵਾਨ ਜੀਵਾਂ ਨੂੰ ਦਾਤਾਂ ਪ੍ਰਦਾਨ ਕਰਨ ਦੇ ਇਹ ਪ੍ਰਮਾਤਮਾ ਨੇ ਇਹਨਾਂ ਦੀ ਡਿਊਟੀ ਲਗਾਈ ਹੈ। ਫਿਰ ਸ਼ਿਵ ਜੀ ਹੈ ਜਗਤ ਦੇ ਜੀਵਾਂ ਨੂੰ ਸੰਘਾਰ ਕਰਨ ਦੀ ਪ੍ਰਮਾਤਮਾ ਨੇ ਡਿਊਟੀ ਲਗਾਈ ਹੈ। ਐਸੀ ਉੱਚ ਪਦਵੀ ਦੇਵੀ ਸ਼ਕਤੀਆਂ ਦੀ ਪ੍ਰਾਪਤੀ ਹੋਣੀ ਪਰਮੇਸ਼ਰ ਦੇ ਨਾਮ ਸਰਵਣ ਕਰਨੇ ਕਰਕੇ ਹੈ। ਸਾਧ ਸੰਗਤ ਜੀ ਸ਼ਿਵ ਸੰਘਾਤ ਇੱਕ ਗ੍ਰੰਥ ਹੈ, ਉਹਦੇ ਅੰਦਰ ਜ਼ਿਕਰ ਆਉਂਦਾ ਹੈ, ਕਹਿੰਦੇ ਹਨ ਕਿ ਸ਼ਿਵਾ ਨੇ ਆਪ ਹੀ ਵਚਨ ਕਰਨਾ ਕੀਤੇ ਹੈ ਕਿ ਪਰਮੇਸ਼ਰ ਦਾ ਨਾਮ ਸਰਵਣ ਕੀਤਾ ਤਾਂ ਮੈਨੂੰ ਇਸ ਪਦਵੀ ਦੀ ਪ੍ਰਾਪਤੀ ਹੋਈ ਹੈ। ਫਿਰ ਇਸੇ ਪ੍ਰਕਾਰ ਬ੍ਰਹਮ ਪੁਰਾਣ ਦੇ ਅੰਦਰ ਸਾਧ ਸੰਗਤ ਬ੍ਰਹਮਾ ਜੀ ਨੇ ਜ਼ਿਕਰ ਕਰਨਾ ਕੀਤਾ ਕਿ ਪਰਮੇਸ਼ਰ ਦਾ ਨਾਮ ਸਰਵਣ ਕੀਤਾ ਹੈ ਤਾਂ ਇਹ ਜਗਤ ਦੇ ਜੀਵਾਂ ਦੀ ਘਾੜਤ ਘੜਨੇ ਦਾ ਪਰਮਾਤਮਾ ਨੇ ਮੈਨੂੰ ਡਿਊਟੀ ਬਖਸ਼ੀ ਹੈ। ਐਸੀ ਦੇਵੀ ਸ਼ਕਤੀਆਂ ਪਰਮਾਤਮਾ ਮੈਨੂੰ ਬਖਸ਼ੀਆਂ ਨੇ। ਸਾਧ ਸੰਗਤ ਗੁਰੂ ਕਲਗੀਧਰ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਅੰਦਰ ਇਹ ਵਚਨ ਕੀਤੇ ਹੈ ਕਿ ਜਦੋਂ ਕਮਲ ਦੀ ਨਾਲੀ ਦੇ ਵਿੱਚ ਸਾਧ ਸੰਗਤ ਜੀ ਬ੍ਰਹਮਾ ਦੇ ਪ੍ਰਵੇਸ਼ ਹੋ ਜਾਣਾ ਕੀਤਾ ਸੀ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਵੀ ਵਚਨ ਆਉਂਦੇ ਆ ਨਾ, ਨਾਭ ਕਮਲ ਤੇ ਬ੍ਰਹਮਾ ਉਪਜੇ ਵੇਦ ਪੜ੍ਹੇ ਮੁਖ ਕੰਠ ਸਵਾਰ। ਜੋ ਵਿਸ਼ਨੂੰ ਜੀ ਦੀ ਨਾਭੀ ਵਿੱਚੋਂ ਕਮਲ ਪੈਦਾ ਹੋਇਆ ਉਹਦੇ ਵਿੱਚੋਂ ਬ੍ਰਹਮਾ ਦਾ ਜਨਮ ਹੋਇਆ ਸੀਗਾ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਵਚਨ ਕੀਤੇ ਨੇ, ਮਨ ਵਿੱਚ ਜਦੋਂ ਹੰਕਾਰ ਪੈਦਾ ਹੋ ਗਿਆ ਸੀ ਬ੍ਰਹਮਾ ਜੀ ਦੇ, ਮੈਨੂੰ ਕੋਈ ਪੈਦਾ ਕਰਨ ਵਾਲਾ ਨਹੀਂ, ਮੈਂ ਆਪ ਹੀ ਬ੍ਰਹਮ ਸਰੂਪ ਹਾਂ, ਕਿਉਂਕਿ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆਇਆ।
ਮਨ ਵਿੱਚ ਹੰਕਾਰ ਪੈਦਾ ਹੋ ਗਿਆ ਕਿ ਮੈਨੂੰ ਕੋਈ ਪੈਦਾ ਕਰਨ ਵਾਲਾ ਨਹੀਂ ਹੈ। ਜਦੋਂ ਹੰਕਾਰ ਕੀਤਾ, ਕਹਿੰਦੇ ਕਿ ਪਰਖ ਕੇ ਤਾਂ ਦੇਖੀਏ, ਕਮਲ ਦੀ ਨਾਲੀ ਨੂੰ ਇੱਕ ਵਾਰ ਲੱਤ ਮਾਰੀ ਲਿਫ ਗਈ, 2 ਵਾਰ ਮਾਰੀ ਲਿਫ ਗਈ, ਤੀਸਰੀ ਵਾਰ ਜਦੋਂ ਜ਼ੋਰ ਦੇ ਨਾਲ ਲੱਤ ਮਾਰੀ ਤੇ ਸਾਧ ਸੰਗਤ ਕਮਲ ਦੀ ਨਾਲੀ ਦੇ ਵਿੱਚ ਹੀ ਪ੍ਰਵੇਸ਼ ਹੋ ਜਾਣਾ ਕੀਤਾ। ਫਿਰ ਹਜੂਰ ਨੇ ਬਚਨ ਕੀਤੇ ਆ, ਸਾਧ ਸੰਗਤ 18 ਯੁੱਗ ਵਿੱਤੇ ਹੀ ਬਤੀਤ ਹੋ ਗਏ, ਕਮਲ ਦੀ ਨਾਲੀ ਦਾ ਅੰਤ ਹੀ ਨਹੀਂ ਪਾਇਆ ਗਿਆ। ਮਨ ਦੇ ਵਿੱਚ ਹੰਕਾਰ ਸੀ, ਹੰਕਾਰ ਦੂਰ ਕਰਨ ਦੇ ਲਈ ਪ੍ਰਮਾਤਮਾ ਨੇ ਐਸੀ ਖੇਡ ਵਰਤਾ ਦਿੱਤੀ। ਹਜੂਰ ਨੇ ਫਰਮਾਨ ਕੀਤਾ, ਜਦੋਂ ਪ੍ਰਮਾਤਮਾ ਦੇ ਚਰਨਾਂ ਵਿੱਚ ਬੇਨਤੀਆਂ ਕੀਤੀਆਂ, ਹੈ ਪਰਮੇਸ਼ਰ ਮੇਰੇ ਤੋਂ ਇਸ ਕਮਲ ਦੀ ਨਾਲੀ ਦਾ ਹੀ ਨਹੀਂ ਅੰਤ ਪਾਇਆ ਜਾ ਰਿਹਾ, ਪ੍ਰਮਾਤਮਾ ਮੈਂ ਆਪ ਦਾ ਕਿਵੇਂ ਅੰਤ ਪਾ ਸਕਦਾ, ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਹੈ। ਫਿਰ ਸਾਧ ਸੰਗਤ ਜੀ 18 ਯੁੱਗ ਬਾਹਰ ਆਉਂਦਿਆਂ ਆਉਂਦਿਆਂ ਲੱਗੇ ਨੇ ਕਮਲ ਦੀ ਨਾਲੀ ਦੇ ਵਿੱਚੋਂ। ਤਾਂ ਹੀ ਹਜੂਰ ਨੇ ਬਚਨ ਕੀਤੇ ਹਨ, 36 ਯੁੱਗ ਕੀਓ ਗੁਬਾਰੈ, ਤਾੜੀ ਲਾਈ ਸਿਰਜਨਹਾਰੈ, ਧੁੰਦੂਕਾਰ ਨਿਰਾਲਮ ਬੈਠਾ, ਨਾ ਤਦ ਧੰਦ ਪਸਾਰਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤਾ, ਇਹ ਜਦੋਂ 36 ਯੁੱਗ ਬਤੀਤ ਹੋ ਗਏ, ਕਮਲ ਦੀ ਨਾਲੀ ਦੇ ਵਿੱਚੋਂ ਬਾਹਰ ਆਇਆ ਤੇ ਬ੍ਰਹਮਾ ਜੀ ਦੇ ਤਾਈਂ ਆਕਾਸ਼ ਬਾਣੀ ਹੋਈ, ਬ੍ਰਹਮਾ ਤਪ ਕਰ ਤਪ ਕਰ ਤਪ ਕਰ। ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੀ ਦਸਮ ਬਾਣੀ ਦੇ ਅੰਦਰ ਜ਼ਿਕਰ ਕੀਤਾ, ਕਹਿੰਦੇ ਹਨ 10 ਲੱਖ ਵਰਾ ਸਾਧ ਸੰਗਤ ਜੀ ਪਰਮੇਸ਼ਰ ਦੇ ਨਾਮ ਦਾ ਸਰਵਣ ਕੀਤਾ ਸੀ ਬ੍ਰਹਮਾ ਜੀ ਨੇ। ਫਿਰ ਜਗਤ ਦੀ ਉਤਪਤੀ ਕਰਨ ਦੀ ਪ੍ਰਮਾਤਮਾ ਤੋਂ ਸ਼ਕਤੀ ਪ੍ਰਾਪਤ ਹੋਈ ਸੀ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਫਰਮਾਨ ਕੀਤਾ, ਹੇ ਸਿੱਧੋ ਬ੍ਰਹਮਾ ਜੀ ਦੇ ਵੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਸਰਵਣ ਕਰਕੇ ਐਸੀ ਮਹਾਨ ਪਦਵੀ ਨੂੰ ਪ੍ਰਾਪਤ ਕੀਤਾ ਹੈ। ਫਿਰ ਸਾਧ ਸੰਗਤ ਅੱਗੇ ਬਚਨ ਆਇਆ ਹੈ, ਇੰਦ ਸੁਣਿਆ ਈਸ਼ਰ ਬਰਮਾ ਇੰਦ, ਇੰਦ ਇੰਦਰ ਦੇਵਤੇ ਦਾ ਵੀ ਵਾਚਕ ਹੈ। ਸਾਧ ਸੰਗਤ ਜੀ ਜੇ ਸਮੇਂ ਗੌਤਮ ਰਿਖੀ ਦੇ ਘਰ ਸਤ ਨੂੰ ਭੰਗ ਕੀਤਾ ਸੀ ਨਾ ਇੰਦਰ ਦੇਵਤੇ ਨੇ, ਉਸ ਸਮੇਂ ਗੌਤਮ ਰਿਖੀ ਨੇ ਸ਼ਰਾਪ ਦਿੱਤਾ ਸੀ ਕਿ ਤੇਰੇ ਸਰੀਰ ਦੇ ਉੱਪਰ ਹਜ਼ਾਰਾਂ ਹੀ ਭਾਗਾਂ ਹੋ ਜਾਣ। ਜਦੋਂ ਸ਼ਰਾਪ ਦਿੱਤਾ ਤੇ ਸਾਧ ਸੰਗਤ ਜੀ ਹਜ਼ਾਰਾਂ ਹੀ ਭਾਗਾਂ ਹੋ ਗਈਆਂ। ਕੈਲਾਸ਼ ਪਰਬਤ ਤੇ ਜਾ ਕਰਕੇ ਫੁੱਲਾਂ ਦੀ ਬਗੀਚੀ ਵੀ ਜਾ ਕਰਕੇ ਇੰਦਰ ਦੇਵਤਾ ਲੁਕ ਗਿਆ ਸੀ। ਉਸ ਸਮੇਂ ਸ਼ਿਵਾ ਆਇਆ, ਸ਼ਿਵ ਜੀ ਨੇ ਆ ਕਰਕੇ ਦੇਖਿਆ, ਕਹਿੰਦੇ ਮੇਰੇ ਬਦਸੂਰਤ ਦੇ ਦੇਖ ਕਰਕੇ ਮਖੌਲ ਕਰਦਾ ਹੁੰਦਾ ਸੀ, ਹੱਸਦਾ ਸੀ, ਹੁਣ ਤੇਰੀ ਕੀ ਹਾਲਤ ਹੋ ਗਈ ਹੈ। ਖਿੜ ਖੜਾ ਕੇ ਹੱਸ ਕੇ ਸ਼ਿਵ ਜੀ ਨੇ ਇੰਦਰ ਦੇਵਤੇ ਤਾਈਂ ਦੇਖ ਕਰਕੇ ਕਿਹਾ ਸੀਗਾ। ਔਰ ਇਸ ਲਈ ਫਿਰ ਕਹਿੰਦੇ ਕਿ ਸ਼ਿਵਾ ਮਖੌਲ ਕਰਕੇ ਜਦੋਂ ਚਲਾ ਗਿਆ ਤੇ ਉਸ ਸਮੇਂ ਦੇਵਤਿਆਂ ਦਾ ਗੁਰੂ ਬ੍ਰਹਸਪਤੀ ਚੱਲ ਕਰਕੇ ਆਏ, ਆ ਕੇ ਸਾਧ ਸੰਗਤ ਪਰਮੇਸ਼ਰ ਦੇ ਨਾਮ ਦਾ ਸਰਵਣ ਕਰਵਾਇਆ। ਤਾਂ ਫਿਰ ਉਹ ਜਿਹੜੇ ਹਜ਼ਾਰਾਂ ਭਾਗ ਸਨ, ਉਹ ਹਜ਼ਾਰਾਂ ਫਿਰ ਨੇਤਰ ਰੂਪ ਹੋ ਕਰਕੇ ਸਰੀਰ ਤੇ ਬਣ ਗਏ ਸਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੰਦਰ ਦੇਵਤੇ ਨੇ ਵੀ ਪਰਮੇਸ਼ਰ ਦੇ ਨਾਮ ਨੂੰ ਸਰਵਣ ਕੀਤਾ, ਤਾਂ ਹੀ ਸਾਧ ਸੰਗਤ ਜੀ ਸਰੀਰ ਦਾ ਜਿਹੜਾ ਦੁੱਖ ਸੀ ਦੂਰ ਹੋਇਆ। ਫਿਰ ਦੇਵਪੁਰੀ ਵੀ ਚਲੇ ਜਾਣਾ ਕੀਤਾ ਸੀ, ਨਹੀਂ ਤਾਂ ਸ਼ਰਮਿੰਦਗੀ ਦੇ ਮਾਰਿਆ ਹੋਇਆਂ ਦੇਵਪੁਰੀ ਵੀ ਜਾਣਾ ਛੱਡ ਕੇ ਕੈਲਾਸ਼ ਪਰਬਤ ਵਿੱਚ ਜਾ ਕੇ ਫੁੱਲਾਂ ਦੇ ਬਗੀਚੀ ਵਿੱਚ ਲੁਕ ਜਾਣਾ ਕੀਤਾ ਸੀ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਬਚਨ ਕੀਤਾ ਹੈ ਇੰਦ, ਇਹ ਪਹਿਲਾ ਅਰਥ ਤੇ ਦੂਸਰਾ ਇਹ ਹੈ ਚੰਦਰਮਾ ਦਾ। ਸਾਧ ਸੰਗਤ ਜੋ ਚੰਦਰਮਾ ਹੈ, ਬ੍ਰਹਸਪਤ ਗੁਰੂ ਦੇ ਕੋਲ ਸਾਧ ਸੰਗਤ ਵਿਦਿਆ ਪੜ੍ਹਨ ਦੇ ਵਾਸਤੇ ਜਾਇਆ ਕਰਦਾ ਸੀ। ਇੱਕ ਵਾਰ ਕਿਤੇ ਬਾਹਰ ਜਾਣਾ ਕੀਤਾ ਬ੍ਰਹਸਪਤ ਗੁਰੂ ਨੇ, ਤੇ ਸਾਧ ਸੰਗਤ ਜੀ ਤਾਰਾ ਨਾਮੇ ਪੁੱਤਰ ਇਹਨਾਂ ਦੀ ਪਤਨੀ ਤੋਂ ਮੰਦ ਕਰਮ ਕਰਕੇ ਪੈਦਾ ਕੀਤਾ ਸੀ ਚੰਦਰਮਾ ਨੇ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਵਚਨ ਕੀਤੇ, ਕਹਿੰਦੇ ਹਨ ਚੰਦਰਮਾ ਨੇ ਵੀ ਇੱਕ ਕਲੰਕ ਲਗਾਇਆ, ਇੰਦਰ ਦੇਵਤੇ ਨੇ ਵੀ ਕਲੰਕ ਲਗਾਇਆ, ਤੇ ਤਾਂ ਹੀ ਇਹ ਕਲੰਕ ਉਤਰਿਆ ਸੀ ਜੇ ਪਰਮੇਸ਼ਰ ਦੇ ਨਾਮ ਦਾ ਸਰਵਣ ਕੀਤਾ ਸੀ। ਐਸੀ ਪਰਮੇਸ਼ਰ ਦੇ ਨਾਮ ਸਰਵਣ ਕਰਨੇ ਦੀ ਸਾਧ ਸੰਗਤ ਜੀ ਮਹਾਨ ਵਡਿਆਈ ਹੈ। ਗਰੀਬ ਨਵਾਜ ਸਤਿਗੁਰੂ ਜੀ ਨੇ ਫਰਮਾਨ ਕੀਤਾ, ਕਹਿੰਦੇ ਹਨ ਜਿਹੜੇ ਵਿਸ਼ਨੂੰ ਭਗਵਾਨ ਹੈ, ਇਹ ਤੀਸਰਾ ਜੋ ਅਰਥ ਇੰਦ ਦਾ, ਇਹ ਵਿਸ਼ਨੂੰ ਜੀ ਦਾ ਵੀ ਵਾਚਕ ਆਵੰਦਾ ਹੈ। ਉਹ ਆਪ ਵੀ ਕਹਿੰਦੇ ਕਿ ਨਾਮ ਦਾ ਹੀ ਸਾਧ ਸੰਗਤ ਜੀ ਪਰਮੇਸ਼ਰ ਦੇ ਨਾਮ ਦਾ ਹੀ ਰਟਨ ਕਰਦੇ ਆ, ਕਿਉਂਕਿ ਪਰਮਾਤਮਾ ਦਾ ਨਾਮ ਹਰ ਕੋਈ ਧਿਆਵੰਦਾ ਹੈ। ਜਗਤ ਅੰਦਰ ਜਿਤਨੇ ਵੀ ਦੇਵੀ ਸ਼ਕਤੀਆਂ ਨੇ,
ਇਹ ਬਲ ਸਭ ਪਰਮੇਸ਼ਰ ਦੇ ਨਾਮ ਤੋਂ ਹੀ ਪ੍ਰਾਪਤ ਕੀਤਾ ਹੈ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ੍ਰੀ ਸੁਖਮਨੀ ਸਾਹਿਬ ਪਾਵਨ ਬਾਣੀ ਦੇ ਅੰਦਰ ਬਚਨ ਪੜ੍ਹਦੇ ਹਾਂ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ, ਨਾਮ ਕੇ ਧਾਰੇ ਸੁਨਨ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੈ ਸੰਗ ਉਧਰੇ ਸੁਨ ਸ਼ਰਵਨ, ਕਰ ਕਿਰਪਾ ਜਿਸ ਆਪਣਾ ਨਾਮ ਲਾਏ, ਨਾਨਕ ਚੌਥੇ ਪਦ ਮਹਿ ਸੋ ਜਨ ਗਤ ਪਾਏ। ਪਰਮਾਤਮਾ ਜਿਨ੍ਹਾਂ ਤੇ ਕਿਰਪਾ ਕਰਦਾ, ਆਪਣੇ ਨਾਮ ਦੇ ਨਾਲ ਜਿਨ੍ਹਾਂ ਨੂੰ ਲਾ ਦਿੰਦਾ, ਉਹ ਤੁਰੀਆ ਪਦ ਭਾਵ ਚੌਥੇ ਪਦ ਅਵਸਥਾ ਨੂੰ ਪਾ ਕੇ ਵਾਹਿਗੁਰੂ ਦੀ ਅਭੇਦਤਾ ਪਾ ਲੈਂਦੇ ਹਨ। ਜੋ ਪਹਿਲਾਂ ਵਚਨ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤੇ ਕਿ ਨਾਮ ਦੀ ਸ਼ਕਤੀ ਦੁਆਰਾ ਹੀ ਜਗਤ ਦੀ ਉਤਪਤੀ ਹੈ। ਨਾਮ ਦੇ ਧਾਰੇ ਹੋਏ ਖੰਡ ਬ੍ਰਹਮੰਡ ਹਨ, ਜੀਵ ਜੰਤੂ ਹਨ, ਤਿੰਨਾਂ ਲੋਕਾਂ ਵਿੱਚ ਚਾਰ ਖਾਣੀਆਂ ਵਿੱਚ ਪੈਦਾ ਕੀਤੇ ਹੋਏ ਜੀਵ ਜੰਤ ਹੈ, ਸਭ ਪਰਮੇਸ਼ਰ ਦੇ ਨਾਮ ਦੀ ਸ਼ਕਤੀ ਦੁਆਰਾ ਹਨ। ਗਰੀਬ ਨਵਾਜ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤਾ ਹੈ, ਸਿੱਧੋ ਸੁਣਿਆ ਈਸ਼ਰ ਬਰਮਾ ਇੰਦ। ਇਹ ਪਰਮਾਤਮਾ ਦੇ ਨਾਮ ਨੂੰ ਸਰਵਣ ਕਰਨ ਦਾ ਭਾਰੀ ਮਹਾਤਮ ਹੈ। ਜੋ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਸੁਣਦੇ ਹੈ, ਕਹਿੰਦੇ ਹਨ ਉਹਨਾਂ ਦੇ ਤਿੰਨਾਂ ਲੋਕਾਂ ਦੇ ਵਿੱਚ ਗਮਤਾ ਹੋ ਜਾਂਦੀ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤਾ, ਸੁਣਿਆ ਈਸ਼ਰ ਬਰਮਾ ਇੰਦ। ਇਹ ਜੋ ਸਾਧ ਸੰਗਤ ਜੀ ਦੈਵਿਕ ਸ਼ਕਤੀਆਂ ਨੇ, ਤਿਨਾਂ ਦਾ ਗਿਆਨ ਵੀ ਹਿਰਦੇ ਅੰਦਰ ਆ ਜਾਂਦਾ ਹੈ। ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਰਵਣ ਕਰਦੇ ਹਨ, ਸੁਣਿਐ ਮੁਖ ਸਾਲਾਹਣ ਮੰਦ। ਪਰਮੇਸ਼ਰ ਦੇ ਨਾਮ ਸਰਵਣ ਕਰਨ ਦੀ ਐਸੀ ਮਹਾਨ ਵਡਿਆਈ ਹੈ। ਜਿਹੜੇ ਮੰਦ ਜੀਵ ਹੈ ਨਾ, ਮੰਦੇ ਕਰਮ ਕਰਨ ਵਾਲੇ ਨੇ, ਮੰਦਾ ਸੁਭਾਅ ਜਿਨ੍ਹਾਂ ਨੇ ਜੀਵਨ ਅੰਦਰ ਧਾਰਨ ਕੀਤਾ ਹੈ, ਮੰਦਾ ਸੁਭਾਅ ਹੋਣੇ ਕਰਕੇ ਮੰਦੇ ਕਰਮ ਕਰਦੇ, ਮੰਦਾ ਹੀ ਸੋਚਦੇ ਹਨ, ਫਿਰ ਮੰਦੇ ਹੀ ਸਾਧ ਸੰਗਤ ਜੀ ਸੁਣਦੇ ਆ, ਮੰਦਾ ਹੀ ਚਿਤਵਦੇ ਆ। ਉਹ ਕਦੇ ਚੰਗਾ ਸੋਚਦੇ ਹੀ ਨਹੀਂ, ਨਾ ਕੋਈ ਚੰਗਾ ਮੁਖ ਤੋਂ ਬਚਨ ਬੋਲਦੇ ਹਨ, ਨਾ ਕੋਈ ਚੰਗਾ ਕਰਮ ਕਰਦੇ ਆ, ਕਿਉਂਕਿ ਸੁਭਾਅ ਉਹਨਾਂ ਨੇ ਮੰਦਾ ਧਾਰਨ ਕੀਤਾ ਹੈ। ਐਸੇ ਜਿਹੜੇ ਮੰਦੇ ਜੀਵ ਹੈ ਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਮੁਖ ਸਾਲਾਹਣ। ਵਾਹਿਗੁਰੂ ਦੇ ਨਾਮ ਨੂੰ ਸੁਣ ਕਰਕੇ ਕਿ ਪਰਮੇਸ਼ਰ ਦੇ ਨਾਮ ਨਾਲ ਕਿੰਨਾ ਭਾਰੀ ਮਹਾਤਮ ਹੈ, ਉਹ ਵੀ ਆਪਣੇ ਮੁਖ ਤੋਂ ਪਰਮੇਸ਼ਰ ਨੂੰ ਸਲਾਹਣ ਲੱਗ ਪੈਂਦੇ ਹਨ। ਸਾਧ ਸੰਗਤ ਜੀ, ਬਾਲਮੀਕ ਬਟਵਾਰਾ ਜੀ ਦਾ ਜੀਵਨ ਇਹ ਕਥਾ ਹੈ। ਪਹਿਲਾਂ ਚੋਰੀਆਂ ਕਰਦੇ, ਡਾਕੇ ਮਾਰਿਆ ਕਰਦੇ ਸਨ, ਹੱਥ ਵਿੱਚ ਗੰਡਾਸੀ ਰੱਖਣੀ, ਪਹਿਲਾਂ ਕਿਸੇ ਰਾਹੀਗਾਰ ਜਾਂਦੇ ਹੋਏ ਰਾਹੀਗਾਰ ਨੂੰ ਮਾਰਨਾ ਤੇ ਫਿਰ ਉਹਦਾ ਖੀਸਾ ਫੋਲਣਾ ਕਿ ਇਹਦੀ ਜੇਬ ਦੇ ਵਿੱਚੋਂ ਕੀ ਨਿਕਲਦਾ ਹੈ। ਸਾਧ ਸੰਗਤ, ਇੱਕ ਦਿਨ ਕੋਈ ਬੰਦਗੀ ਕਰਨ ਵਾਲੇ ਮਹਾਂਪੁਰਖ ਤ੍ਰਿਕਾਲਦਰਸ਼ੀ ਸਤਪੁਰਸ਼ ਸਨ। ਪਹਿਲਾਂ ਦੀ ਤਰ੍ਹਾਂ ਜਿਵੇਂ ਆਮ ਲੋਕਾਂ ਨੂੰ ਗੰਡਾਸੀ ਵਿਖਾ ਕੇ ਮਾਰ ਕਰਕੇ ਤੇ ਖੀਸਾ ਫੋਲਦਾ ਹੈ, ਤੇ ਮਹਾਂਪੁਰਖਾਂ ਦੇ ਚਿਹਰੇ ਦਾ ਇਤਨਾ ਜ਼ਿਆਦਾ ਪ੍ਰਤਾਪ ਪਹਿਲਾਂ ਵਾਰ ਨਾ ਕਰ ਸਕਿਆ। ਸਾਹਮਣੇ ਹੋ ਕਰਕੇ ਆਪਣਾ ਡਰ ਦਿੰਦਿਆਂ ਹੋਇਆ ਕਿਹਾ ਕਿ ਮੈਂ ਜੇਕਰ ਮੇਰੇ ਤੁਸਾਂ ਨੇ ਜੋ ਕੁਝ ਵੀ ਤੁਹਾਡੇ ਕੋਲ ਹੈਗਾ ਮੈਨੂੰ ਦੇ ਦੇਵੋ, ਜੇ ਨਾ ਦਿੱਤਾ ਤੇ ਮੈਂ ਗੰਡਾਸੀ ਮਾਰ ਕਰਕੇ ਤੁਹਾਨੂੰ ਮਾਰ ਦੇਵਾਂਗਾ, ਤੁਹਾਡੀ ਹੱਤਿਆ ਕਰ ਦੇਵਾਂਗਾ। ਸਾਧ ਸੰਗਤ ਤੋਂ ਬੰਦਗੀ ਕਰਨ ਵਾਲੇ ਮਹਾਂਪੁਰਖ ਸਨ। ਕਹਿਣ ਲੱਗੇ ਕਿ ਸਾਡੇ ਕੋਲ ਕੀ ਹੈ, ਗੇਰੂ ਦੇ ਕੱਪੜੇ ਹੈ ਤੇ ਲੋਟਾ ਫੜਿਆ ਹੱਥ ਵਿੱਚ, ਹੋਰ ਸਾਡੇ ਕੋਲ ਕੁਝ ਨਹੀਂ ਹੈ। ਕਹਿੰਦਾ ਕਿ ਮੇਰੀ ਮਾਂ ਬੜੀ ਸਿਆਣੀ ਹੈ, ਇਹ ਗੇਰੂ ਦੇ ਕੱਪੜੇ ਮੈਨੂੰ ਦੇ ਦੇਵੋ, ਆਪੇ ਇਹਨਾਂ ਨੂੰ ਰੰਗਾ ਕੇ ਕਿਸੇ ਨਾ ਕਿਸੇ ਕੰਮ ਦੇ ਵਿੱਚ ਲਾ ਲਵੇਗੀ। ਜਦੋਂ ਇਹ ਕਿਹਾ ਤੇ ਮਹਾਂਪੁਰਖਾਂ ਨੇ, ਸਾਧ ਸੰਗਤ ਸੁਭਾਅ ਹੁੰਦਾ ਬੰਦਗੀ ਕਰਨ ਵਾਲਿਆਂ ਦਾ ਪਰ ਉਪਕਾਰ ਕਰਨਾ। ਕਹਿੰਦੇ ਜਿਨ੍ਹਾਂ ਦੇ ਬਦਲੇ ਤੂੰ ਪਾਪ ਕਰਮ ਕਰ ਰਿਹਾ ਕਿ ਅੰਤ ਸਮੇਂ ਉਹ ਤੇਰੇ ਸਹਾਇਕ ਹੋਣਗੇ। ਜੀਵਾਂ ਦੀ ਹੱਤਿਆ ਕਰੀ ਜਾਂਦਾ ਹੈ ਲਾਲਚ ਅਧੀਨ ਹੋ ਕਰਕੇ। ਜਿਨ੍ਹਾਂ ਦੇ ਬਦਲੇ ਇਹ ਪਾਪ ਕਰਮ ਕਰਦਾ ਪਿਆ, ਉਹਨਾਂ ਨੇ ਇੱਕ ਵਾਰ ਪੁੱਛ ਕੇ ਤਾਂ ਆ ਕਿ ਅੰਤ ਸਮੇਂ ਤੇਰੀ ਸਹਾਇਤਾ ਕਰਨਗੇ ਕਿ ਨਹੀਂ। ਕਹਿੰਦਾ ਜੀ ਤੁਸੀਂ ਮੇਰੇ ਤੋਂ ਖਹਿੜਾ ਛਡਾਉਣ ਦੇ ਮਾਰੇ ਆਖਦੇ ਪਏ ਹੋ। ਮਹਾਂਪੁਰਸ਼ ਕਹਿਣ ਲੱਗੇ ਨਹੀਂ, ਅਸੀਂ ਤੇਰੇ ਜਾਮਨ ਰਹੇ ਇੱਥੇ ਹੀ ਰੁਕਾਂਗੇ, ਪੁੱਛ ਕਰਕੇ ਆ ਤਾਂ ਸਹੀ ਇੱਕ ਵਾਰ। ਬੰਦਗੀ ਕਰਨ ਵਾਲਿਆਂ ਦੇ ਬਚਨਾਂ ਦੇ ਵਿੱਚ ਬੜਾ ਬਲ ਹੁੰਦਾ। ਮਨ ਤੇ ਅਸਰ ਹੋਇਆ।
ਕਾਲੀ ਦੇ ਨਾਲ ਭੱਜ ਕਰਕੇ ਸਾਧ ਸੰਗਤ ਜੀ ਜਦੋਂ ਘਰ ਵਿੱਚ ਗਏ ਨਾ ਬਾਲਮੀਕ ਬਟਵਾਰਾ, ਜਾ ਕੇ ਸਭ ਤੋਂ ਪਹਿਲਾਂ ਆਪਣੀ ਪਤਨੀ ਨੂੰ ਪੁੱਛਿਆ, ਕਿਉਂਕਿ ਪਤਨੀ ਦੇ ਨਾਲ ਸਭ ਤੋਂ ਜ਼ਿਆਦਾ ਪਰਿਵਾਰ ਦੇ ਵਿੱਚ, ਪਰਿਵਾਰ ਦੇ ਨਾਲ, ਬੱਚਿਆਂ ਦੇ ਨਾਲ ਹੀ ਮੋਹ ਹੁੰਦਾ ਹੈ। ਛੋਟੇ ਹੁੰਦਿਆਂ ਭਾਵੇਂ ਮਾਤਾ ਪਿਤਾ ਦੇ ਨਾਲ ਪਿਆਰ ਹੁੰਦਾ, ਪਰ ਇਹ ਸੁਭਾਵਿਕ ਹੈ। ਸਾਧ ਸੰਗਤ ਜਦੋਂ ਮਨੁੱਖ ਵੱਡਾ ਹੋ ਜਾਂਦਾ ਹੈ, ਫਿਰ ਪਰਿਵਾਰ ਦੇ ਵੀ ਜ਼ਿਆਦਾ ਮੋਹ ਹੋ ਜਾਂਦਾ ਤੇ ਮਾਤਾ ਪਿਤਾ ਦਾ ਪਿਆਰ ਘਟ ਜਾਂਦਾ ਹੈ। ਇਹ ਪਰਮਾਤਮਾ ਕਿਰਪਾ ਕਰੇ ਤੇ ਹਿਰਦੇ ਅੰਦਰ ਇਹ ਸੋਝੀ ਦੇਵੇ ਕਿ ਮਾਤਾ ਪਿਤਾ ਦਾ ਅਹਿਸਾਸ ਨਹੀਂ ਕੋਈ ਭੁੱਲਦਾ, ਹਿਰਦੇ ਅੰਦਰ ਸ਼ਰਧਾ ਤੇ ਪ੍ਰੇਮ ਧਾਰਨ ਕਰਕੇ ਰੱਖਦਾ, ਨਹੀਂ ਤੇ ਇਹ ਸੁਭਾਵਿਕ ਹੋ ਜਾਂਦਾ ਹੈ। ਸਭ ਤੋਂ ਪਹਿਲਾਂ ਪਤਨੀ ਨੂੰ ਜਾ ਕੇ ਪੁੱਛਿਆ ਕਿ ਮੈਂ ਇਹ ਪਾਪ ਕਰਮ ਜਿਹੜੇ ਕਰਦਾ, ਰਾਹੀਗਾਰਾਂ ਨੂੰ ਮਾਰ ਕੇ ਤੇ ਉਹਨਾਂ ਦੇ ਕੋਲੋਂ ਧਨ ਪਦਾਰਥ ਖੋਹ ਕੇ ਲੈ ਕੇ ਉਹਨਾਂ ਪਰਿਵਾਰ ਨੂੰ ਪਾਲਦਾ, ਇਹ ਪਾਪ ਕਰਮ ਦੇ ਮੇਰੇ ਸਹਾਇਕ ਹੋਵੋਗੇ ਅੰਤ ਸਮੇਂ ਤੋਂ ਕਿ ਨਹੀਂ? ਤੇ ਕਹਿਣ ਲੱਗੇ ਮੈਂ ਅੰਤ ਵੇੜੇ ਇਹਦੇ ਵਿੱਚ ਕਿਵੇਂ ਸਹਾਇਕ ਹੋ ਸਕਦੀ ਹਾਂ? ਮੈਂ ਤੁਹਾਡੇ ਲੜ ਲੱਗੀ ਹਾਂ, ਭਾਵੇਂ ਧਰਮ ਦੀ ਕਿਰਤ ਕਰਕੇ ਲਿਆਓ, ਖੱਟ ਕਮਾ ਕੇ ਭਾਵੇਂ ਚੋਰੀ ਕਰੋ, ਜੋ ਮਰਜ਼ੀ ਕਰਕੇ ਲਿਆਓ, ਮੈਂ ਥੋੜਾ ਇਹਦੇ ਵੀ ਸਹਾਇਕ ਬਣ ਸਕਦੀ ਹਾਂ। ਸਾਧ ਸੰਗਤ ਜੀ, ਬੜਾ ਮਨ ਦੇ ਵਿੱਚ ਸੀਗਾ ਕਿ ਪਤਨੀ ਦੇ ਨਾਲ ਬੜਾ ਪ੍ਰੇਮ ਹੈ, ਕੋਈ ਸਹਾਇਤਾ ਦੇ ਕੋਈ ਵਚਨ ਕਰੇਗੀ, ਕਿੰਨਾ ਘਣਾ ਮੋਹ ਹੈ। ਪਰ ਸਾਧ ਸੰਗਤ ਹਿਰਦੇ ਨੂੰ ਤੀਰ ਦੇ ਵਾਂਗ ਸੀਨੇ ਨੂੰ ਜਿਹੜੇ ਬੋਲ ਸਾਨੂੰ ਵਿੰਨ ਗਏ। ਫਿਰ ਬੱਚਿਆਂ ਨੂੰ ਪੁੱਛਿਆ, ਕਹਿੰਦੇ ਕਿ ਅਸੀਂ ਤੁਹਾਡੀ ਔਲਾਦ ਹਾਂ, ਤੁਹਾਡਾ ਫਰਜ਼ ਬਣਦਾ ਹੈ। ਫਿਰ ਮਾਤਾ ਪਿਤਾ ਨੂੰ ਪੁੱਛਿਆ, ਮਾਤਾ ਪਿਤਾ ਨੇ ਇਹ ਵੀ ਵਚਨ ਕੀਤਾ ਕਿ ਸਾਡਾ ਫਰਜ਼ ਸੀਗਾ ਤੈਨੂੰ ਜਨਮ ਦਿੱਤਾ, ਪਾਲਿਆ, ਵੱਡਾ ਕੀਤਾ, ਹੁਣ ਤੇਰਾ ਫਰਜ਼ ਬਣਦਾ ਜਿੱਥੋਂ ਮਰਜ਼ੀ ਕਮਾ ਕੇ ਲਿਆ। ਪਰ ਇਹ ਥੋੜਾ ਕਿ ਜੇ ਤੂੰ ਪਾਪ ਕਰਮ ਕਰਦਾ ਤੇ ਤੇਰੇ ਸਹਾਇਕ ਅਸੀਂ ਬਣਾਂਗੇ। ਸਾਧ ਸੰਗਤ ਜੀ, ਸਾਰੇ ਪਰਿਵਾਰ ਦੇ ਜਿਹੜੇ ਬੋਲ ਸਨ ਤੀਰ ਦੇ ਵਾਂਗ ਸੀਨੇ ਨੂੰ ਵਿੰਨ ਗਏ। ਫਿਰ ਕਾਲੀ ਦੇ ਨਾਲ ਮੁੜਦੇ ਪੈਰੀ ਉੱਥੇ ਮਹਾਤਮਾ ਜੀ ਦੇ ਕੋਲ ਆ ਕੇ ਚਰਨਾਂ ਤੇ ਟਹਿ ਪਏ, ਕਹਿਣ ਲੱਗੇ ਮਹਾਰਾਜ ਕਿਰਪਾ ਕਰੋ, ਮੈਨੂੰ ਜੀਵਨ ਦੇ ਵਿੱਚ ਮੈਂ ਜਿੰਨੀਆਂ ਵੀ ਭੁੱਲਾਂ ਕੀਤੀਆਂ ਨੇ ਮੈਨੂੰ ਬਖਸ਼ ਲਾਓ। ਕਹਿਣ ਲੱਗੇ ਅਸੀਂ ਕਿਵੇਂ ਬਖਸ਼ੀਏ? ਸੁਦੇ ਹੀ ਉਹਨਾਂ ਨੇ ਵਚਨ ਕੀਤਾ, ਕਹਿੰਦੇ ਮੈਨੂੰ ਬਖਸ਼ਾ ਦਿਓ, ਕਿਉਂਕਿ ਬੰਦਗੀ ਕਰਨ ਵਾਲੇ ਹੋ ਤੁਸੀਂ, ਪਰਮਾਤਮਾ ਦਾ ਭਜਨ ਕਰਦੇ ਹੋ ਤੇ ਮੈਨੂੰ ਬਖਸ਼ਾ ਦੇਵੋ, ਕੋਈ ਨਾ ਕੋਈ ਤੁਹਾਡੇ ਕੋਲ ਢੰਗ ਤਰੀਕਾ ਜ਼ਰੂਰ ਹੋਵੇਗਾ। ਸਾਧ ਸੰਗਤ ਜੀ, ਨੀਵੀਂ ਜਾਤ ਸ਼ੂਦਰ ਜਾਣਨ ਕਰਕੇ ਰਾਮ ਦਾ ਉਪਦੇਸ਼ ਨਹੀਂ ਸੀਗਾ ਦਿੱਤਾ, ਮਹਾਤਮਾ ਜੀ ਨੇ ਮਾਰਾ ਮਾਰਾ ਦਾ ਉਪਦੇਸ਼ ਦਿੱਤਾ ਕਿ ਆਪੇ ਜਿਵੇਂ ਜਿਵੇਂ ਅਭਿਆਸ ਕਰੀ ਜਾਵੇਗਾ ਮਾਰਾ ਮਾਰਾ ਤੋਂ ਰਾਮ ਰਾਮ ਬਣ ਜਾਣਾ ਹੈ। ਮਾਰਾ ਮਾਰਾ ਦਾ ਉਪਦੇਸ਼ ਦਿੱਤਾ ਤੇ ਐਸਾ ਸਾਧ ਸੰਗਤ ਜੀ ਮਹਾਨ ਪਰਮੇਸ਼ਰ ਦਾ ਜਸ ਕੀਤਾ, ਇੰਨੀ ਜ਼ਿਆਦਾ ਬੰਦਗੀ ਕੀਤੀ, ਪਰਮੇਸ਼ਰ ਦਾ ਨਾਮ ਜਪ ਜਪ ਕਰਕੇ ਐਸਾ ਅਭਿਆਸ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਹਿੰਦੇ ਹਨ ਉਹ ਬ੍ਰਹਮਾ ਆਦਿਕ ਵੇਦਾਂ ਆਦਿਕਾਂ ਦੇ ਸਲਾਹੁਣ ਯੋਗ ਵੀ ਹੋ ਗਏ ਹਨ। ਜਿਨ੍ਹਾਂ ਨੇ ਪਹਿਲਾਂ ਮੰਦ ਕਰਮ ਧਾਰਨ ਕੀਤੇ, ਮੰਦੇ ਕਰਮ ਕਰਦਾ ਸੀਗਾ, ਮੰਦਾ ਸੁਭਾਅ ਸੀਗਾ, ਰਾਹੀਗਾਰਾਂ ਨੂੰ ਮਾਰਦਾ ਸੀ, ਐਸਾ ਬਾਲਮੀਕ ਬਟਵਾਰਾ ਦੇਖੋ ਪਰਮੇਸ਼ਰ ਨੂੰ ਸਲਾਉਣੇ ਦੇ ਯੋਗ ਹੋ ਗਏ ਹੈ। ਮਹਾਤਮਾ ਸਤਿਪੁਰਸ਼ਾਂ ਤੋਂ ਪਰਮੇਸ਼ਰ ਦੇ ਨਾਮ ਨੂੰ ਸਰਵਣ ਕਰਕੇ ਕਿ ਪਰਮੇਸ਼ਰ ਦੇ ਨਾਮ ਦਾ ਕਿੰਨਾ ਵੱਡਾ ਮਹਾਤਮ ਹੈ। ਗਰੀਬ ਨਵਾਜ ਸਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ ਹੈ। ਹਜੂਰ ਕਹਿੰਦੇ ਹਨ ਸੁਣਿਆ ਮੁਖ ਸਾਲਾਹਣ ਮੰਦ, ਮੰਦੇ ਸੁਭਾਅ ਵਾਲੇ ਵੀ ਪਰਮੇਸ਼ਰ ਦਾ ਨਾਮ ਸਰਵਣ ਕਰ ਲੈਣ, ਪਾਪ ਕਰਮ ਕਰਨ ਵਾਲੇ ਵਾਹਿਗੁਰੂ ਦਾ ਜਸ ਸਰਵਣ ਕਰ ਲੈਣ, ਉਹ ਵੀ ਮੁਖ ਤੋਂ ਪਰਮੇਸ਼ਰ ਨੂੰ ਸਲਾਉਣੇ ਯੋਗ ਹੋ ਜਾਂਦੇ ਹਨ। ਸਾਧ ਸੰਗਤ ਜੀ, ਇਉਂ ਵੀ ਇਹ ਕਥਾ ਦੇ ਬਾਬਤ ਬਾਲਮੀਕ ਬਟਵਾਰਾ ਜੀ ਦੀ ਸਾਧ ਸੰਗਤ ਜੀ ਕਥਾ ਦੇ ਬਾਬਤ ਜ਼ਿਕਰ ਆਉਂਦਾ। ਇੱਕ ਬਾਲਮੀਕ ਜੀ ਪਹਿਲਾਂ ਹੋਏ ਹੈ, ਸ਼੍ਰੀ ਰਾਮਚੰਦਰ ਜੀ ਤੋਂ ਪਹਿਲਾਂ, ਉਹ ਤ੍ਰੇਤੇ ਯੁੱਗ ਦੇ ਵਿੱਚ ਹੋਏ ਹਨ। ਇਹ ਬਾਲਮੀਕ ਬਟਵਾਰਾ ਇਹ ਦੁਆਪਰ ਯੁੱਗ ਦੇ ਵਿੱਚ ਸਾਧ ਸੰਗਤ ਇਹਨਾਂ ਦੀ ਕਥਾ ਆਉਂਦੀ ਹੈ। ਜਿਹੜੇ ਤ੍ਰੇਤੇ ਯੁੱਗ ਦੇ ਵਿੱਚ ਸਾਨੂੰ ਉਹਨਾਂ ਨੇ 10,000 ਵਰਾ ਪਹਿਲਾਂ ਹੀ ਰਾਮਚੰਦਰ ਜੀ ਤੋਂ ਉਹ ਰਾਮਾਇਣੀ ਸਾਧ ਸੰਗਤ ਜੀ ਲਿਖੀ ਹੋਈ ਸੀ, ਉਹ ਤ੍ਰੇਤੇ ਯੁੱਗ ਦੇ ਵਿੱਚ ਆਉਂਦੀ ਹੈ। ਇਹ ਦੁਆਪਰ ਯੁੱਗ ਦੇ ਵਿੱਚ ਆਉਂਦੀ ਹੈ। ਤੇ ਸਾਧ ਸੰਗਤ ਜੀ, ਜੇ ਸਮੇਂ ਪਾਂਡਵਾਂ ਨੇ ਯੱਗ ਕੀਤਾ ਸੀ ਨਾ, ਯੱਗ ਸੰਪੂਰਨ ਨਾ ਹੋਇਆ ਤੇ ਕ੍ਰਿਸ਼ਨ ਭਗਵਾਨ ਜੀ ਨੂੰ ਬੇਨਤੀ ਕਰਕੇ ਪੁੱਛਿਆ ਮਹਾਰਾਜ ਯੱਗ ਕਿਉਂ ਨਹੀਂ ਸੰਪੂਰਨ ਹੋਇਆ? ਕਹਿੰਦੇ ਸਭ ਨੂੰ ਨਿਉਂਦਾ ਦੇ ਦਿੱਤਾ ਕਿ ਕੋਈ ਰਹਿ ਤਾਂ ਨਹੀਂ ਗਿਆ। ਕਹਿੰਦੇ ਸਭ ਨੂੰ ਨਿਉਂਦਾ ਦੇ ਦਿੱਤਾ, ਜਿੰਨੇ ਵੀ ਕੋਈ ਪੰਡਿਤ ਹਨ, ਬ੍ਰਾਹਮਣ ਲੋਕ ਹਨ, ਜਿਹੜੇ ਕੋਈ ਆਚਾਰਿਆ, ਸਭ ਨੂੰ ਨਿਉਂਦਾ ਦਿੱਤਾ। ਕਹਿੰਦੇ ਇੱਕ ਬਾਲਮੀਕ ਨਾਮ ਦਾ
ਪਹਿਲਾਂ ਬਟਵਾਰਾ ਸੀਗਾ, ਭਜਨ ਬੜਾ ਕਰਦਾ, ਇਹ ਇਦਾਂ ਹੀ ਬੈਠਾ ਰਹਿੰਦਾ ਸਾਦਗੀ ਵਿੱਚ, ਉਹਨੂੰ ਨਹੀਂ ਸੱਦਿਆ ਤੇ ਕਹਿੰਦੇ ਜਾਓ ਸੱਦ ਕਰਕੇ ਲੈ ਕੇ ਆਵੋ, ਤਾਂ ਹੀ ਤੁਹਾਡਾ ਯੱਗ ਨਹੀਂ ਸਫਲਾ ਹੋਇਆ। ਸਾਧ ਸੰਗਤ ਜੇਕਰ ਆਉਂਦਾ ਹੈ, ਜਦੋਂ ਵਾਲਮੀਕ ਜੀ ਨੂੰ ਸੱਦ ਕੇ ਲਿਆਂਦਾ ਤੇ ਕ੍ਰਿਸ਼ਨ ਜੀ ਨੇ ਆਪ ਉਹਨਾਂ ਦੇ ਚਰਨ ਸਾਧ ਸੰਗਤ ਜੀ ਧੋਣ ਦੀ ਸੇਵਾ ਕੀਤੀ ਸੀ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਵਾਹਿਗੁਰੂ ਦੇ ਪਰਮਾਤਮਾ ਦੇ ਨਾਮ ਸਰਵਣ ਕਰਨੇ ਦਾ ਮਹਾਤਮ ਹੈ। ਸੁਣਿਆ ਮੁਖ ਸਾਲਾਹਣ ਮੰਦ, ਤੇ ਮਨ ਦਾ ਆਖਰੀ ਅਰਥ ਸਾਧ ਸੰਗਤ ਜੀ ਮੰਤਰ ਵੀ ਹੁੰਦਾ ਹੈ। ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਸਰਵਣ ਕੀਤਾ, ਹਜੂਰ ਕਹਿੰਦੇ ਹਨ ਸੁਣਿਆ ਮੁਖ ਸਾਲਾਹਣ ਮੰਦ, ਉਹਨਾਂ ਦੇ ਹਿਰਦੇ ਅੰਦਰ ਵੀ ਪਰਮੇਸ਼ਰ ਦਾ ਨਾਮ ਮੰਤਰ ਵਸ ਗਿਆ ਹੈ। ਅਕਾਲ ਪੁਰਖ ਵਾਹਿਗੁਰੂ ਦੇ ਨਾਮ ਮੰਤਰ ਨੂੰ ਆਪਣੇ ਮੁਖ ਤੋਂ ਵੀ ਸਲਾਹਦੇ ਹੈ, ਹਿਰਦੇ ਅੰਦਰ ਵੀ ਉਹਨਾਂ ਦੇ ਪਰਮੇਸ਼ਰ ਦਾ ਨਾਮ ਮੰਤਰ ਹੈ। ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਸਰਵਣ ਕੀਤਾ ਹੈ, ਉਹ ਦੁਨੀਆ ਦੇ ਹੋਰ ਜੰਤਰਾਂ ਮੰਤਰਾਂ ਤੰਤਰਾਂ ਨੂੰ ਨਹੀਂ ਧਾਰਨ ਕਰਦੇ, ਜੋ ਅਕਾਲ ਪੁਰਖ ਵਾਹਿਗੁਰੂ ਦਾ ਜਸ ਸੁਣਦੇ ਹਨ। ਜਿਨ੍ਹਾਂ ਨੇ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਪਰਮਾਤਮਾ ਦਾ ਜਸ ਸੁਣਿਆ ਹੈ, ਕੇਵਲ ਇੱਕ ਪਰਮਾਤਮਾ ਦੇ ਨਾਮ ਮੰਤਰ ਨੂੰ ਹੀ ਧਾਰਨ ਕਰਦੇ ਹੈ ਔਰ ਆਪਣੇ ਮੁਖ ਤੋਂ ਵੀ ਵਾਹਿਗੁਰੂ ਦਾ ਨਾਮ ਹੀ ਸਲਾਹੁਣਾ ਕਰਦੇ ਹਨ। ਸੁਣਿਐ ਜੋਗ ਜੁਗਤ ਤਨ ਭੇਦ। ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰਦੇ ਹੈ, ਹੇ ਸਿੱਧੋ, ਜਗਤ ਅੰਦਰ ਜਿਹੜਾ ਯੋਗ ਕਮਾਉਣਾ ਹੈ ਨਾ, ਇਹ ਵੀ ਪਰਮੇਸ਼ਰ ਦੇ ਨਾਮ ਸਰਵਣ ਕਰਨੇ ਕਰਕੇ ਹੀ ਪ੍ਰਾਪਤ ਹੁੰਦਾ ਹੈ। ਫਿਰ ਯੋਗ ਦੀਆਂ ਜੋ ਜੁਗਤੀਆਂ ਹਨ, ਇਹ ਵੀ ਵਾਹਿਗੁਰੂ ਦੇ ਨਾਮ ਸਰਵਣ ਕਰਨੇ ਕਰਕੇ ਹੀ ਪ੍ਰਾਪਤ ਹੁੰਦੀਆਂ ਹਨ। ਤਨ ਭੇਦ, ਤਨ ਜੋ ਸਰੀਰ ਦਾ ਭੇਦ ਹੈ ਨਾ, ਕਿ ਸਰੀਰ ਦੇ ਅੰਦਰ ਕਿੰਨੀਆਂ ਨਾੜੀਆਂ ਨੇ, ਸਰੀਰ ਦਾ ਕਿਵੇਂ ਇਹ ਸਰੀਰ ਚੱਲਦਾ ਫਿਰਦਾ ਹੈ, ਕਿਵੇਂ ਇਹ ਸਰੀਰ ਦੇ ਇੰਦਰੇ ਚੱਲਦੇ ਹਨ, ਇਹਨਾਂ ਨੂੰ ਕਿਹੜੀ ਸ਼ਕਤੀ ਚਲਾਉਂਦੀ, ਪਰਮੇਸ਼ਰ ਦੇ ਨਾਮ ਸੁਣਨੇ ਕਰਕੇ ਹੀ ਸਾਰਾ ਪ੍ਰਾਪਤ ਹੁੰਦਾ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸੁਣਿਆ ਜੋਗ ਜੁਗਤ ਤਨ ਭੇਦ। ਯੋਗ ਦਾ ਅਸਖਰੀ ਅਰਥ ਹੈ ਸਾਧ ਸੰਗਤ ਜੀ ਜੁੜਨਾ। ਜੋ ਸੁਰਤ ਕਰਕੇ ਪਰਮਾਤਮਾ ਦੇ ਚਰਨਾਂ ਵਿੱਚ ਜੁੜਦਾ, ਉਹਨੂੰ ਅਸਲ ਦੇ ਵਿੱਚ ਯੋਗੀ ਕਿਹਾ ਜਾਂਦਾ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਜਿਨ੍ਹਾਂ ਨੇ ਪਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜਨੀ ਪ੍ਰਾਪਤ ਕੀਤੀ ਹੈ ਨਾ, ਐਸੀ ਮਹਾਨ ਸ਼ਕਤੀ ਨੂੰ ਪ੍ਰਾਪਤ ਕੀਤਾ, ਮਹਾਨ ਐਸੀ ਬਖਸ਼ਿਸ਼ ਜਿਨ੍ਹਾਂ ਨੇ ਪਾਈ ਹੈ, ਪਰਮੇਸ਼ਰ ਦੇ ਨਾਮ ਸਰਵਣ ਕਰਨੇ ਕਰਕੇ ਹੀ ਪਾਈ ਹੈ। ਫਿਰ ਸਾਧ ਸੰਗਤ ਜੀ ਯੋਗ ਦੀਆਂ ਜਿਹੜੀਆਂ ਜੁਗਤੀਆਂ ਹਨ, ਜਾਂ ਫਿਰ ਯੋਗ ਦੇ ਵੱਖੋ ਵੱਖਰੇ ਜੋ ਅੰਗ ਹਨ, ਇਹ ਵੀ ਪਰਮਾਤਮਾ ਦੇ ਨਾਮ ਸਰਵਣ ਕਰਨੇ ਕਰਕੇ ਹੀ ਪ੍ਰਾਪਤ ਹੁੰਦੇ ਹੈ। ਤਨ ਭੇਦ, ਸਰੀਰ ਦੇ ਅੰਦਰ ਦੀ ਜਿਹੜੀ ਭੇਦਤਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਵੀ ਪਰਮਾਤਮਾ ਦੇ ਨਾਮ ਸਰਵਣ ਕਰਨੇ ਕਰਕੇ ਪ੍ਰਾਪਤ ਹੁੰਦੀ ਹੈ। ਕਿ ਸਰੀਰ ਦੇ ਅੰਦਰ 72 ਲੱਖ 72,000 72 ਕਰੋੜ 72 ਲੱਖ ਤੇ ਸਾਧ ਸੰਗਤ 72,000 ਤੇ 200 ਤੇ 2 ਨਾੜੀਆਂ ਸੂਖਮ ਤੇ ਛੋਟੀਆਂ ਵੱਡੀਆਂ ਜਿਹੜੀਆਂ ਨਾੜੀਆਂ ਸਾਡੇ ਸਰੀਰ ਦੇ ਅੰਦਰ ਹਨ। 72 ਕਰੋੜ 72 ਲੱਖ 72,000 ਤੇ 202 ਨਾੜੀਆਂ, ਇੰਨੀਆਂ ਜ਼ਿਆਦਾ ਸੂਖਮ ਨਾੜੀਆਂ ਹਨ, ਜਿਨ੍ਹਾਂ ਦਾ ਅੱਜ ਦੇ ਸਾਧ ਸੰਗਤ ਜੀ ਡਾਕਟਰਾਂ ਨੂੰ ਵੀ ਪਤਾ ਨਹੀਂ ਲੱਗਦਾ। ਇਹ ਨਹੀਂ ਪਤਾ ਲੱਗਦਾ, ਦਾਅਵਾ ਨਹੀਂ ਕਰ ਸਕਦੇ ਕਿ ਕਿੰਨੀਆਂ ਨਾੜੀਆਂ ਨੇ। ਪਰ ਜਿਹੜੇ ਗੁਰਮੁਖ ਪਰਮੇਸ਼ਰ ਦੇ ਨਾਮ ਦਾ ਸਰਵਣ ਕਰਦੇ ਹੈ, ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਦਾ ਅਭਿਆਸ ਕਰਦੇ ਹੈ, ਉਹਨਾਂ ਦੀ ਸਭ ਥਾਵਾਂ ਤੇ ਗਮਤਾ ਹੋ ਜਾਂਦੀ ਹੈ। ਗਰੀਬ ਨਵਾਜ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਫਰਮਾਨ ਕਰ ਰਹੇ ਹੈ, ਸੁਣਿਆ ਜੋਗ ਜੁਗਤ ਤਨ ਭੇਦ। ਯੋਗ ਵੀ ਸਾਧ ਸੰਗਤ ਜੀ ਕਈ ਪ੍ਰਕਾਰ ਦਾ ਹੈ। ਯੋਗ ਇੱਕ ਹੱਠ ਯੋਗ ਵੀ ਹੁੰਦਾ ਹੈ, ਗਿਆਨ ਯੋਗ ਵੀ ਹੁੰਦਾ ਹੈ, ਇਹ ਯੋਗ ਵੀ ਕਈ ਪ੍ਰਕਾਰ ਦਾ। ਤੇ ਜਿਹੋ ਜਿਹੇ ਕਿਸੇ ਵੀ ਪ੍ਰਕਾਰ ਦੇ ਯੋਗ ਦਾ ਕੋਈ ਮਹਾਤਮ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦਾ ਨਾਮ ਸਰਵਣ ਕਰਨੇ ਕਰਕੇ ਉਹ ਸਾਰਾ ਹੀ ਮਹਾਤਮ ਪ੍ਰਾਪਤ ਹੋ ਜਾਂਦਾ ਹੈ। ਐਸੀ ਪਰਮਾਤਮਾ ਦੇ ਨਾਮ ਦੀ ਸ਼ਕਤੀ ਹੈ। ਸੋ ਇਸ ਲਈ ਸਤਿਗੁਰੂ ਜੀ ਨੇ ਫਰਮਾਨ ਕੀਤਾ ਹੈ, ਸਿੱਧੋ ਅਕਾਲ ਪੁਰਖ ਪਰਮਾਤਮਾ ਦਾ ਨਾਮ ਬਹੁਤ ਭਾਰੀ ਮਹਾਤਮਾ, ਜੇ ਭਾਵਨਾ ਦੇ ਨਾਲ ਕੋਈ ਸਰਵਣ ਕਰੇ ਤਾਂ। ਔਰ ਇਸੇ ਪ੍ਰਕਾਰ ਜਿਹੜੇ ਜਗਿਆਸੂ ਹਨ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਅਭਿਆਸ ਕੀਤਾ, ਤਨ ਭੇਦ ਕਹਿੰਦੇ ਹਨ, ਤਨ ਦੇ ਅੰਦਰ ਦੀ ਜਿਹੜੀ ਸਾਧ ਸੰਗਤ ਜੀ ਅਵਿਦਿਆ ਹੈ ਨਾ, ਭੇਦ ਉਹਨੂੰ ਵਿੰਨ ਕਰਕੇ ਉਹਨਾਂ ਨੇ
ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਆਪਣੀ ਸੁਰਤ ਨੂੰ ਜੋੜਿਆ ਹੈ। ਤਨ ਭੇਦ, ਸਰੀਰ ਦੇ ਅੰਦਰ ਵੀ ਉਹ ਭੇਦ ਜਾਣ ਲੈਂਦੇ ਹੈ ਕਿ ਜਿਹੜਾ ਸਰੀਰ ਹੈ ਨਾ, ਬਾਹਰੀ ਸਰੀਰ ਹੈ, ਇਹ ਅਸਤ, ਜੜ ਤੇ ਦੁੱਖ ਰੂਪ ਹੈ। ਜਿਹੜੀ ਅੰਦਰ ਆਤਮਾ ਹੈ, ਜਿਸ ਨੂੰ ਸੂਖਸ਼ਮ ਸਰੀਰ ਆਖਿਆ ਜਾਂਦਾ ਹੈ, ਇਹ ਗੁਰਮੁਖਾਂ ਨੇ ਜਾਣ ਲੈਣਾ ਕੀਤਾ ਹੈ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਸਰਵਣ ਕੀਤਾ ਹੈ, ਉਹਨਾਂ ਨੇ ਨਿਸ਼ਚੈ ਕਰਕੇ ਜਾਣ ਲਿਆ ਕਿ ਜਿਹੜਾ ਸੂਖਸ਼ਮ ਸਰੀਰ ਹੈ ਨਾ, ਉਹ ਸਤ ਹੈ, ਚੇਤਨ ਤੇ ਆਨੰਦ ਸਰੂਪ ਹੈ। ਪ੍ਰਤੱਖ ਸਰੀਰ ਅਸਤ, ਜੜ ਤੇ ਦੁੱਖ ਰੂਪ ਹੈ। ਸੂਖਸ਼ਮ ਸਰੀਰ ਸਤ, ਚੇਤਨ ਤੇ ਆਨੰਦ ਸਰੂਪ ਹੈ। ਤਨ ਭੇਦ, ਇਹ ਸਰੀਰ ਦੇ ਭੇਦ ਨੂੰ ਵੀ ਗੁਰਮੁਖ ਪਿਆਰਿਆਂ ਨੇ ਜਾਣ ਲੈਣਾ ਕੀਤਾ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਉਚਾਰਨ ਕਰਦੇ ਹੈ, ਸਿੱਧੋ ਕਿੰਨਾ ਪਰਮੇਸ਼ਰ ਦੇ ਨਾਮ ਸੁਣਨ ਦਾ ਮਹਾਤਮ ਹੈ। ਸਾਧ ਸੰਗਤ ਜੀ, ਇਹ ਸਾਰੰਗ ਰਾਗ ਦੀ ਵਾਰ ਅੰਦਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 4 ਪੌੜੀਆਂ ਸੁਣਨ ਦੇ ਪ੍ਰਥਾਏ ਤੇ 4 ਪੌੜੀਆਂ ਮੰਨਣ ਦੇ ਪ੍ਰਥਾਏ ਉਚਾਰਨ ਕੀਤੀਆਂ ਨੇ। ਗਰੀਬ ਨਵਾਜ ਸਤਿਗੁਰੂ ਜੀ ਅੱਗੇ ਉਚਾਰਨ ਕਰ ਰਹੇ ਹੈ। ਮਹਾਰਾਜ ਸੱਚੇ ਪਾਤਸ਼ਾਹ ਹੋਰ ਵੀ ਅੱਗੇ ਸਿੱਧਾਂ ਦੀ ਬੇਨਤੀ ਕਰਨ ਤੇ ਜੋ ਨਾਮ ਦੇ ਸਰਵਣ ਕਰਨੇ ਦਾ ਮਹਾਤਮ ਦਰਸਾਉਂਦੇ ਹਨ। ਸੁਣਿਐ ਸਾਸਤ ਸਿਮਰਿਤ ਵੇਦ। ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਉਚਾਰਦੇ ਆ, ਹੈ ਸਿੱਧੋ ਜੋ 27 ਸਿਮਰਤੀਆਂ ਨੇ, 4 ਵੇਦ ਹਨ। ਸੁਣਿਐ ਸਾਸਤ ਸਿਮਰਤ ਵੇਦ, 6 ਸ਼ਾਸਤਰ ਹਨ। ਇਹਨਾਂ ਦਾ ਅੰਦਰ ਜਿਹੜਾ ਗਿਆਨ ਹੈ ਪਰਮੇਸ਼ਰ ਦੇ ਨਾਮ ਸਰਵਣ ਕਰਨੇ ਕਰਕੇ ਹੀ ਪ੍ਰਾਪਤ ਹੋ ਜਾਂਦਾ ਹੈ। ਫਿਰ ਜਿਹੜੇ ਜਿਹੜੇ ਕਰਮ ਕਾਂਡ ਵਿੱਚ ਦੱਸੇ ਜਾਂਦੇ ਹੈ, ਜਿਵੇਂ ਗਿਆਨ ਦਾ ਵੀ ਇਹਦੇ ਅੰਦਰ ਦਰਸਾਇਆ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਦਾ ਨਾਮ ਸੁਣਨੇ ਕਰਕੇ ਹੀ ਸਭ ਕੁਝ ਸਮਝ ਪੈ ਜਾਂਦੀ ਹੈ ਕਿ ਕਿੰਨੇ ਕਿੰਨੇ ਇਹਨਾਂ ਵਿੱਚ ਕਰਮ ਕਾਂਡ ਦੱਸੇ ਹੋਏ ਹੈ। ਫਿਰ ਸਿਮਰਤੀਆਂ ਹਨ, 27 ਸਿਮਰਤੀਆਂ ਨੇ। ਸਿਮਰਤੀਆਂ ਹਨ, ਉਪਨਿਸ਼ਦਾਂ ਹਨ। ਤਿੰਨਾਂ ਦੇ ਅੰਦਰ ਦਾ ਗਿਆਨ ਸਾਰਾ ਹੀ ਜੀਵ ਦੇ ਹਿਰਦੇ ਅੰਦਰ ਆ ਜਾਂਦਾ ਹੈ ਜੇ ਭਾਵਨਾ ਦੇ ਨਾਲ ਪਰਮਾਤਮਾ ਦਾ ਨਾਮ ਦਾ ਸਰਵਣ ਕਰ ਲਵੇ ਤਾਂ। ਸੁਣਿਆ ਸਾਸਤ ਸਿਮਰਤ ਵੇਦ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਇਹ 27 ਸਿਮਰਤੀਆਂ, 4 ਵੇਦ, 6 ਸ਼ਾਸਤਰ ਜਿਹੜੇ ਪ੍ਰਮੁੱਖ ਇਹ ਧਾਰਮਿਕ ਗ੍ਰੰਥ ਹਨ, ਇਹ ਵੀ ਮੁੱਖ ਤੋਂ ਆਪ ਮੁਹਾਰੀ ਹੋ ਕਰਕੇ ਕਹਿੰਦੇ ਕਿ ਪਰਮੇਸ਼ਰ ਦਾ ਨਾਮ ਹੀ ਸਭ ਤੋਂ ਉੱਤਮ ਹੈ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਗੁਰਬਾਣੀ ਵਿੱਚ ਫਰਮਾਨ ਕੀਤਾ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਪਰਮੇਸ਼ਰ ਦੇ ਨਾਮ ਤੋਂ ਬਿਨਾ ਕਹਿੰਦੇ ਕਿ ਸਭ ਕੁਝ ਹੋਛਾ ਹੈ, ਝੂਠਾ ਹੈ, ਸਦਾ ਵਾਸਤੇ ਰਹਿਣ ਵਾਲਾ ਨਹੀਂ। ਇਹ ਸਿਮਰਤੀਆਂ ਪੁਰਾਣ ਵੇਦ ਸ਼ਾਸਤਰ ਆਪ ਮੁਖ ਤੋਂ ਆਪ ਹਾਰੀ ਹੋ ਕਰਕੇ ਬੋਲ ਬੋਲ ਕਰਕੇ ਆਖਦੇ ਹੈ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤਾ ਹੈ, ਸਿੱਧੋ ਸੁਣਿਆ ਸਾਸਤ ਸਿਮਰਤ ਵੇਦ। ਸਿਮਰਤੇ ਨਾਮ ਸਾਧ ਸੰਗਤ ਜੀ ਯਾਦ ਸ਼ਕਤੀ ਦਾ ਹੈ। ਕਹਿੰਦੇ ਹਨ ਉਹਨਾਂ ਦੀ ਸਿਮਰਤੀ ਅੰਦਰ, ਯਾਦ ਸ਼ਕਤੀ ਅੰਦਰ ਕੇਵਲ ਪਰਮਾਤਮਾ ਦੀ ਯਾਦ ਆਉਂਦੀ ਹੈ। ਜੋ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਸਰਵਣ ਕਰਦੇ ਹਨ, ਜੋ ਪਰਮਾਤਮਾ ਦੇ ਨਾਮ ਨੂੰ ਸੁਣਦੇ ਹੈ, ਵਾਹਿਗੁਰੂ ਦੇ ਜਸ ਨੂੰ ਸੁਣਦੇ ਹੈ, ਉਹਨਾਂ ਦੇ ਹਿਰਦੇ ਅੰਦਰ ਵੀ ਫਿਰ ਪਰਮੇਸ਼ਰ ਦੇ ਨਾਮ ਦੀ ਜਿਹੜੀ ਸਾਧ ਸੰਗਤ ਜੀ ਉਹ ਯਾਦ ਹੈ ਹਿਰਦੇ ਅੰਦਰ ਵਸ ਜਾਂਦੀ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਸਿੱਧੋ ਦੇਖੋ ਇਹ ਜਿਹੜੇ ਧਾਰਮਿਕ ਪ੍ਰਤੱਖ ਜਿਹੜੇ ਗ੍ਰੰਥ ਹੈ ਨਾ, ਪ੍ਰਮੁੱਖ ਗ੍ਰੰਥ ਹਨ, ਉਹ ਵੀ ਆਪ ਮੁਹਾਰੇ ਹੋ ਕਰਕੇ ਆਖ ਰਹੇ ਕਿ ਪਰਮੇਸ਼ਰ ਦਾ ਨਾਮ ਦਾ ਹੀ ਸਭ ਤੋਂ ਵੱਡਾ ਮਹਾਤਮ ਹੈ। ਨਾਨਕ ਭਗਤਾ ਸਦਾ ਵਿਗਾਸ। ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਜਿਨ੍ਹਾਂ ਭਗਤਾਂ ਨੇ ਪਿਆਰ ਦੇ ਵਿੱਚ ਭਿੱਜ ਕੇ ਪਰਮਾਤਮਾ ਦੀ ਭਗਤੀ ਕੀਤੀ ਹੈ। ਕਿਉਂਕਿ ਸਾਧ ਸੰਗਤ ਜੀ ਭਗਤ ਜਿਹੜੇ ਹਨ ਇਹ 4 ਪ੍ਰਕਾਰ ਦੇ ਭਗਤ ਮੰਨੇ ਗਏ ਹੈ। 4 ਪ੍ਰਕਾਰ ਦੇ ਭਗਤ, ਪਹਿਲੇ ਆਰਧ ਭਗਤ, ਫਿਰ ਅਰਥਾ ਅਰਥੀ ਭਗਤ, ਔਰ ਇਸੇ ਪ੍ਰਕਾਰ ਸਾਧ ਸੰਗਤ ਜਿਹੜਾ ਇੱਕ ਗਿਆਨੀ ਭਗਤ ਵੀ ਮੰਨਿਆ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਤਿੰਨਾਂ ਦੇ ਪ੍ਰਥਾਏ ਗੁਰਬਾਣੀ ਵਿੱਚ ਵੀ ਬਚਨ ਉਚਾਰਨ ਕੀਤੇ ਹੈ। ਆਰਧ ਭਗਤ, ਅਰਥਾ ਅਰਥੀ ਭਗਤ, ਅਨਿੰਨ ਭਗਤ ਅਤੇ ਗਿਆਨੀ ਭਗਤ। ਆਰਧ ਸਾਧ ਸੰਗਤ ਜੀ ਜਿਵੇਂ ਔਕੜ ਦੇ ਸਮੇਂ ਭਗਤ ਪ੍ਰਹਿਲਾਦ ਜੀ ਨੇ ਪਰਮੇਸ਼ਰ ਨੂੰ ਯਾਦ ਕੀਤਾ ਸੀ, ਇਹ ਆਰਧ ਭਗਤਾਂ ਦੇ ਵੀ ਸਾਧ ਸੰਗਤ ਜੀ ਆ ਜਾਂਦੇ ਹੈ।
ਔਰ ਇਸੇ ਤਰ੍ਹਾਂ ਜਿਵੇਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਿਆਰ ਦੇ ਵਿੱਚ ਭੇਜ ਕਰਕੇ ਭਗਤੀ ਕਰਨ ਵਾਲੇ ਭਗਤ ਨਾਮਦੇਵ ਜੀ ਅਨਿੰਨ ਭਗਤ ਹਨ। ਔਰ ਅਰਥਾ ਅਰਥੀ ਭਗਤ ਜਿਵੇਂ ਭਗਤ ਧਰੂ ਜੀ ਨੇ ਸਾਧ ਸੰਗਤ ਜੀ ਮਨ ਵਿੱਚ ਭਾਵਨਾ ਲੈ ਕੇ ਕਿ ਪਿਤਾ ਉਤਾਨ ਪਾਦ ਵਾਲਾ ਜਿਹੜਾ ਰਾਜ ਭਾਗ ਹੈ ਮੈਨੂੰ ਪ੍ਰਾਪਤ ਹੋ ਜਾਵੇ। ਮੈਨੂੰ ਕਿਉਂ ਇਹ ਸਤੇਤਰਾ ਜਾਗ ਕਰਕੇ ਕਿ ਇਹ ਤਾਂ ਮਤਰੇਆ ਹੈ, ਮੇਰੀ ਜੋ ਮਤਰੇਈ ਮਾਂ ਹੈ ਮੇਰੇ ਨਾਲ ਇਵੇਂ ਦਾ ਵਿਵਹਾਰ ਕਰਦੀ। ਉਹ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਆਉਂਦੇ ਆ ਵਾਰਾਂ ਦੇ ਵਿੱਚ, ਜਦੋਂ ਆਪਣੀ ਮਾਂ ਨੂੰ ਬੇਨਤੀ ਕਰਕੇ ਪੁੱਛਿਆ ਸੀ ਭਗਤ ਧਰੂ ਜੀ ਨੇ, ਕਿਸ ਉਦਮ ਤੇ ਰਾਜ ਮਿਲੈ ਸਤਰੂ ਤੇ ਸਭ ਹੋਵਨ ਮੀਤਾ। ਤੇ ਸਿਆਣੀ ਮਾਂ ਨੇ ਇਹ ਬਚਨ ਕੀਤਾ ਸੀ, ਐ ਪੁੱਤਰ ਪਰਮੇਸ਼ਰ ਆਰਾਧੀ ਹੈ ਜਿੱਦੂ ਹੋਈ ਹੈ ਪਤਿਤ ਪੁਨੀਤਾ। ਪਰਮੇਸ਼ਰ ਦੀ ਭਗਤੀ ਕਰਨੇ ਕਰਕੇ, ਪਰਮਾਤਮਾ ਦੀ ਆਰਾਧਨਾ ਕਰਨੇ ਕਰਕੇ ਸਭ ਦਾਤਾਂ ਪ੍ਰਾਪਤ ਹੋ ਜਾਂਦੀਆਂ ਨੇ। ਮਨ ਵਿੱਚ ਇੱਛਾ ਪਹਿਲਾਂ ਇਹੋ ਹੀ ਲਈ ਸੀ ਕਿ ਮੈਂ ਪਿਤਾ ਉਤਾਨ ਪਦ ਵਾਲਾ ਰਾਜ ਭਾਗ ਪ੍ਰਾਪਤ ਕਰਨਾ ਹੈ। ਸਾਧ ਸੰਗਤ ਜੀ ਉਹ ਰਾਜ ਭਾਗ ਵੀ ਪ੍ਰਾਪਤ ਹੋ ਗਿਆ ਹੈ। ਫਿਰ ਜਦੋਂ ਕਹਿੰਦੇ ਕਿ ਨਾਰਦ ਮੁਨੀ ਨੇ ਆ ਕਰਕੇ ਸਾਧ ਸੰਗਤ ਜੀ ਲਾਹਨਤ ਪਾਈ ਰਾਜੇ ਉਤਾਨ ਪਾਦ ਨੂੰ, ਦੇਖ 5 ਸਾਲ ਦੀ ਉਮਰ ਤੇਰੇ ਪੁੱਤਰ ਦੀ ਹੈ, ਉਹ ਭਿਆਨਕ ਜੰਗਲ ਦੇ ਵਿੱਚ ਤਪ ਕਰਨ ਵਾਸਤੇ ਗਿਆ ਤੇ ਤੂੰ ਉਹਨੂੰ ਰਾਜ ਭਾਗ ਕਿਉਂ ਨਹੀਂ ਦਿੰਦਾ। ਤੇ ਸਾਧ ਸੰਗਤ ਉਸ ਸਮੇਂ ਰਾਜਾ ਉਤਾਨ ਪਾਦ ਨੇ ਉਸੇ ਸਮੇਂ ਕਹਿੰਦਾ ਕਿ ਅੱਧਾ ਰਾਜ ਭਾਗ ਮੈਂ ਹੁਣੇ ਦੇਣ ਵਾਸਤੇ ਤਿਆਰ ਹਾਂ। ਫਿਰ ਵੀ ਇਨਕਾਰ ਕਰ ਦਿੱਤਾ ਸੀ ਭਗਤ ਧਰੂ ਜੀ ਨੇ ਕਿ ਅਜੇ ਤਾਂ ਭਗਤੀ ਕਰਨੀ ਸ਼ੁਰੂ ਵੀ ਨਹੀਂ ਕੀਤੀ, ਮਨ ਦੇ ਵਿੱਚ ਅਜੇ ਇਹ ਫੁਰਨਾ ਹੀ ਬਣਾਇਆ, ਇਹ ਭਾਵਨਾ ਦੇ ਨਾਲ ਯਾਦ ਹੀ ਕੀਤਾ ਤੇ ਮੈਨੂੰ ਅੱਧਾ ਰਾਜ ਭਾਗ ਪ੍ਰਾਪਤ ਹੋਣ ਲੱਗਾ। ਜੇ ਪ੍ਰਮਾਤਮਾ ਦੀ ਭਗਤੀ ਕਰਾਂਗਾ ਤੇ ਫਿਰ ਕਿੱਡਾ ਵੱਡਾ ਪਰਮੇਸ਼ਰ ਮੈਨੂੰ ਰਾਜ ਭਾਗ ਦੇਵੇਗਾ। ਜੰਗਲ ਵਿੱਚ ਜਾ ਕੇ ਸਾਧ ਸੰਗਤ ਇਸ ਭਿਆਨਕ ਜੰਗਲ ਦੇ ਅੰਦਰ ਪ੍ਰਵੇਸ਼ ਹੋ ਕਰਕੇ ਪ੍ਰਮਾਤਮਾ ਦੀ ਭਗਤੀ ਕੀਤੀ, ਜਿਸ ਬਾਬਤ ਹਜੂਰ ਨੇ ਗੁਰਬਾਣੀ ਵਿੱਚ ਵਚਨ ਕੀਤੇ ਹੈ, 5 ਬਰਖ ਕੋ ਅਨਾਥ ਧਰੂਵ ਬਾਰਕ ਹਰ ਸਿਮਰਤ ਅਮਰ ਅਟਾਰੇ। ਸਤਿਗੁਰੂ ਜੀ ਗੁਰਬਾਣੀ ਵਿੱਚ ਉਦਾਹਰਣ ਦੇ ਕਰਕੇ ਵੀ ਸਾਨੂੰ ਉਪਦੇਸ਼ ਦਿੰਦੇ ਆ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿਵੇਂ ਭਗਤ ਧਰੂ ਜੀ ਨੇ ਪ੍ਰਮਾਤਮਾ ਨੂੰ ਯਾਦ ਕੀਤਾ, ਤਿਵੇਂ ਇਹ ਜੀਵ ਪ੍ਰਮਾਤਮਾ ਦੀ ਭਗਤੀ ਕਰਿਆ ਕਰ। ਫਿਰ ਸਾਧ ਸੰਗਤ ਜੀ ਅਟਲ ਪਦਵੀ ਨੂੰ ਪ੍ਰਾਪਤ ਹੋਏ। ਅਟਲ ਭਇਓ ਧਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ। ਨਿਰਭੈਤਾ ਦੀ ਪਦਵੀ ਨੂੰ ਪ੍ਰਾਪਤ ਕੀਤਾ ਸੀਗਾ। ਔਰ ਇਸੇ ਪ੍ਰਕਾਰ ਜਿਹੜੇ ਗਿਆਨੀ ਭਗਤ ਹਨ, ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਨੇ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਹੈ, ਜਿਵੇਂ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨ ਦੀ ਅਵਸਥਾ ਵਾਲੇ, ਇਹ 4 ਪ੍ਰਕਾਰ ਦੇ ਭਗਤ ਹਨ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਨੇ, ਨਾਨਕ ਭਗਤਾ ਸਦਾ ਵਿਗਾਸ। ਇਹ ਬਹੁਵਾਚਕ ਹੈ। ਜਿਨ੍ਹਾਂ ਨੇ ਪਿਆਰ ਦੇ ਵਿੱਚ ਭਿੱਜ ਕੇ ਪ੍ਰਮਾਤਮਾ ਦੀ ਭਗਤੀ ਕੀਤੀ ਹੈ, ਉਹਨਾਂ ਦਾ ਹਿਰਦਾ ਕਮਲ ਦੇ ਵਾਂਗ ਖਿੜਿਆ ਰਹਿੰਦਾ ਹੈ। ਵਿਗਾਸ ਗਾਸ ਨਾਮ ਪ੍ਰਕਾਸ਼ ਦਾ ਹੈ। ਵਿਸ਼ੇਸ਼ ਕਰਕੇ ਉਹਨਾਂ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ। ਜਿਨ੍ਹਾਂ ਨੇ ਪ੍ਰਮਾਤਮਾ ਨੂੰ ਪਿਆਰ ਦੇ ਵਿੱਚ ਭਿੱਜ ਕਰਕੇ ਯਾਦ ਕੀਤਾ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਸਰਵਣ ਕੀਤਾ ਹੈ, ਅਕਾਲ ਪੁਰਖ ਵਾਹਿਗੁਰੂ ਦੀ ਐਸੀ ਸ਼ਰਵਣ ਭਗਤੀ ਕੀਤੀ, ਤਿਨਾਂ ਦਾ ਹਿਰਦਾ ਕਮਲ ਦੇ ਵਾਂਗ ਖਿੜ ਜਾਣਾ ਕੀਤਾ। ਮੁਦਰਾ ਮੈਤਰੀ ਉਪੇਖਿਆ ਸ਼ਾਂਤੀ ਆਦਿਕ ਇਹ ਸਾਧ ਸੰਗਤ ਜੀ ਪੰਖੜੀਆਂ ਹਨ ਹਿਰਦੇ ਰੂਪ ਕਮਲ ਦੀਆਂ, ਕਿਉਂਕਿ ਸ਼ੁਭ ਗੁਣਾਂ ਦੇ ਦੁਆਰਾ ਹਿਰਦਾ ਜੀਵ ਦਾ ਜਿਹੜਾ ਇਹ ਸ਼ਿੰਗਾਰਿਆ ਜਾਂਦਾ ਹੈ। ਪ੍ਰਤੱਖ ਜਿਵੇਂ ਆਪਣੇ ਤਨ ਨੂੰ ਸ਼ਿੰਗਾਰਨ ਦੇ ਵਾਸਤੇ ਗਹਿਣੇ ਪਾਏ ਜਾਂਦੇ, ਸਰੀਰ ਨੂੰ ਸ਼ਿੰਗਾਰਿਆ ਜਾਂਦਾ ਹੈ, ਤਿਵੇਂ ਹਿਰਦੇ ਨੂੰ ਸ਼ਿੰਗਾਰਿਆ ਜਾਂਦਾ ਹੈ ਸ਼ੁਭ ਗੁਣਾਂ ਰੂਪੀ ਗਹਿਣਿਆਂ ਦੁਆਰਾ। ਤੇ ਜਿਨ੍ਹਾਂ ਨੇ ਸਾਧ ਸੰਗਤ ਜੀ ਸ਼ੁਭ ਗੁਣਾਂ ਨੂੰ ਧਾਰਨ ਕੀਤਾ, ਤਿਨਾਂ ਗੁਰਮੁਖਾਂ ਨੇ ਆਪਣੇ ਹਿਰਦੇ ਨੂੰ ਸਵਾਰ ਲਿਆ ਹੈ। ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਫਰਮਾਨ ਕੀਤਾ, ਐਸਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਸਰਵਣ ਕਰਨੇ ਦਾ ਮਹਾਤਮ ਹੈ। ਨਾਨਕ ਭਗਤਾ ਸਦਾ ਵਿਗਾਸ। ਕਦੇ ਵੀ ਸਾਧ ਸੰਗਤ ਜੀ ਉਹਨਾਂ ਦੇ ਮਨ ਦੇ ਉੱਪਰ ਕੋਈ ਦੁੱਖ ਝੋਰਾ ਕਿਸੇ ਪ੍ਰਕਾਰ ਦਾ ਕੋਈ ਅਸਰ ਨਹੀਂ ਪੈਂਦਾ। ਇਕਸਾਰ ਬਿਰਤੀ ਰੱਖ ਕੇ ਜੋ ਪ੍ਰਮਾਤਮਾ ਨੂੰ ਯਾਦ ਕਰਦੇ ਹਨ, ਐਸੇ ਪਿਆਰ ਦੇ ਵਿੱਚ ਭਿੱਜ ਕੇ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਜੋ ਭਗਤ ਜਨ ਹਨ, ਹਿਰਦਾ ਉਹਨਾਂ ਦਾ ਖਿੜਿਆ ਰਹਿੰਦਾ, ਆਨੰਦ ਦੇ ਸਹਿਤ ਇੱਕ ਸਰ ਹੋ ਕਰਕੇ ਰਹਿੰਦਾ। ਭਾਵੇਂ ਕੋਈ ਨਿੰਦਿਆ ਕਰੀ ਜਾਵੇ, ਭਾਵੇਂ ਕੋਈ ਚੁਗਲੀਆਂ ਕਰੀ ਜਾਵੇ, ਕੋਈ ਉਹਨਾਂ ਦਾ ਜਸ ਕਰੇ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਿੰਨਾਂ ਗੁਰਮੁਖਾਂ ਨੂੰ, ਵਾਹਿਗੁਰੂ ਦੇ ਪਿਆਰ ਵਾਲੇ ਭਗਤਾਂ ਨੂੰ ਕੋਈ ਮਨ ਤੇ ਅਸਰ ਨਹੀਂ ਹੈ।
ਹਿਰਦਾ ਕਮਲ ਦੇ ਵਾਂਗ ਉਹਨਾਂ ਦਾ ਖਿੜਿਆ ਰਹਿੰਦਾ ਹੈ। ਸੁਣਿਐ ਦੁਖ ਪਾਪ ਕਾ ਨਾਸ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ 9ਵੀਂ ਪੌੜੀ ਦੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਇਹ ਬਚਨ ਉਚਾਰਨ ਕੀਤੇ ਹੈ। ਹੇ ਸਿੱਧੋ, ਪਰਮੇਸ਼ਰ ਦਾ ਨਾਮ ਸੁਣਨੇ ਕਰਕੇ ਦੁੱਖਾਂ ਦੀ ਨਿਵਰਤੀ ਹੋ ਜਾਂਦੀ ਹੈ। ਹਰ ਪ੍ਰਕਾਰ ਦੇ ਪਾਪ ਵੀ ਜੀਵ ਦੇ ਦੂਰ ਹੋ ਜਾਂਦੇ ਹੈ ਜੇ ਪਰਮਾਤਮਾ ਦੇ ਨਾਮ ਦਾ ਸਰਵਣ ਕਰ ਲਵੇ ਤਾਂ। ਸਾਧ ਸੰਗਤ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਵਜ਼ੀਰ ਖਾਨ ਚੱਲ ਕੇ ਆਏ ਸੀ, ਜਿਹਨੂੰ ਜਲੋਧਰ ਦਾ ਰੋਗ ਸੀਗਾ। ਜਹਾਂਗੀਰ ਦਾ ਬਾਦਸ਼ਾਹ ਦਾ ਵਜ਼ੀਰ ਸੀ। ਇਹ ਸਾਧ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਰੂ ਘਰ ਦਾ, ਗੁਰੂ ਚਰਨਾਂ ਦਾ ਇਹ ਭੌਰਾ ਬਣ ਗਿਆ ਸੀ। ਗੁਰੂ ਘਰ ਦੇ ਪੂਰੀ ਸ਼ਰਧਾ ਰੱਖਿਆ ਕਰਦਾ ਸੀ। ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਕੇ ਬੇਨਤੀ ਕੀਤੀ, ਉਸ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਕਰਵਾ ਰਹੇ ਸਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਹਜੂਰ ਨੇ ਬਚਨ ਕੀਤਾ, ਬਾਬਾ ਜੀ ਇਹਦਾ ਰੋਗ ਦੂਰ ਕਰ ਦੇਵੋ। ਉਹ ਵਜ਼ੀਰ ਖਾਨ ਆਇਆ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਜਦੋਂ ਬਚਨ ਕੀਤਾ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਚੁੱਪਤਾ ਧਾਰਨ ਕਰ ਲਈ। ਦੂਸਰੀ ਵਾਰ ਫਿਰ ਬਚਨ ਕੀਤਾ ਤੇ ਤੀਸਰੀ ਵਾਰ ਜਦੋਂ ਬਚਨ ਕੀਤਾ ਤੇ ਇਤਿਹਾਸ ਅੰਦਰ ਜ਼ਿਕਰ ਆਉਂਦਾ, ਉਸ ਸਮੇਂ ਕਾਰ ਦੀ ਭਰੀ ਹੋਈ ਸਾਧ ਸੰਗਤ ਜੀ ਟੋਕਰੀ ਸੀ ਬਾਬਾ ਬੁੱਢਾ ਜੀ ਕੋਲ। ਉਹ ਕਹਿੰਦੇ ਉਸ ਸਮੇਂ ਉਹਦੇ ਪੇਟ ਤੇ ਮਾਰੀ ਸਾਧ ਸੰਗਤ ਜਿਤਨਾ ਵੀ ਪਾਣੀ ਭਰਿਆ ਹੋਇਆ ਸੀ ਸਾਰਾ ਹੀ ਨਿਕਲ ਗਿਆ। ਤੇ ਫਿਰ ਗਰਮ ਗਰਮ ਕੜਾਹ ਪ੍ਰਸ਼ਾਦ ਦੀ ਦੇਗ ਛਕਾਈ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਗੁਰਬਾਣੀ ਸਰਵਣ ਕਰਿਆ ਕਰ। ਸਾਧ ਸੰਗਤ ਫਿਰ ਸਤਿਗੁਰੂ ਜੀ ਨੇ ਇੱਕ ਸਿੱਖ ਨੂੰ ਵੀ ਨਾਲ ਭੇਜਿਆ ਜੋ ਸੁਖਮਨੀ ਸਾਹਿਬ ਗੁਰਬਾਣੀ ਦਾ ਪਾਠ ਸਰਵਣ ਕਰਵਾਉਂਦਾ ਸੀ। ਜਿਵੇਂ ਜਿਵੇਂ ਗੁਰਬਾਣੀ ਦਾ ਪਾਠ ਸੁਣਨਾ ਕੀਤਾ ਤਿਵੇਂ ਸੇਵੇਂ ਸਾਰੇ ਦਾ ਸਾਰਾ ਹੀ ਰੋਗ ਜੀ ਸਾਧ ਸੰਗਤ ਵਜ਼ੀਰ ਖਾਨ ਦਾ ਕੱਟਿਆ ਗਿਆ ਸੀ। ਸੁਣਿਆ ਦੁੱਖ ਪਾਪ ਕਾ ਨਾਸ, ਸਭ ਦੁੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਕੱਟ ਦਿੰਦੇ ਹੈ। ਐਸੀ ਮਹਾਨ ਵਡਿਆਈ ਹੈ ਗਰੀਬ ਨਵਾਜ ਸਤਿਗੁਰੂ ਜੀ ਦੀ ਪਾਵਨ ਬਾਣੀ ਨੂੰ ਸਰਵਣ ਕਰਨੇ ਦੀ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਸੁਣਨੇ ਦੀ। ਫਿਰ ਹਰ ਪ੍ਰਕਾਰ ਦੇ ਪਾਪ ਵੀ ਜੀਵ ਦੇ ਕੱਟੇ ਜਾਂਦੇ ਹਨ। ਸਾਧ ਸੰਗਤ ਜੀ, ਜਦੋਂ ਭਗਤ ਕਬੀਰ ਸਾਹਿਬ ਜੀ ਘਰ ਦੇ ਵਿੱਚ ਨਹੀਂ ਸਨ ਤੇ ਤਿੰਨਾਂ ਦੀ ਧਰਮ ਸਮਤਨੀ ਸਤਿਕਾਰਯੋਗ ਮਾਤਾ ਲੋਈ ਜੀ, ਇੱਕ ਕੋੜੀ ਆਇਆ ਸੀ ਨਾ ਤੇ ਆ ਕੇ ਬੇਨਤੀ ਕੀਤੀ, ਜੀ ਭਗਤ ਜੀ ਕਿੱਥੇ ਹਨ? ਤੇ ਸਾਧ ਸੰਗਤ ਉਹਦਾ ਦੁੱਖ ਦੇਖ ਕਰਕੇ ਜ਼ਰਿਆ ਨਾ ਗਿਆ। ਜਦੋਂ ਆ ਕੇ ਕਹਿਣ ਲੱਗਾ ਕਿ ਮੈਂ ਸੁਣਿਆ ਕਿ ਭਗਤ ਜੀ ਵੀ ਸਮਰੱਥਾ ਹੈ ਨਹੀਂ, ਸ਼ਕਤੀ ਹੈ, ਪਰਮੇਸ਼ਰ ਦੀ ਬੰਦਗੀ ਕਰਦੇ ਆ, ਮੇਰਾ ਇਹ ਦੁੱਖ ਦੂਰ ਕਰ ਸਕਦੇ ਹਨ। ਤੇ ਸਾਧ ਸੰਗਤ ਉਸ ਸਮੇਂ ਮਾਤਾ ਲੋਈ ਜੀ ਨੇ ਪਰਮਾਤਮਾ ਦਾ ਨਾਮ ਸਰਵਣ ਕਰਵਾ ਕੇ ਕਿ ਸਾਡੇ ਕਹਿੰਦੇ ਪਿੱਛੇ ਪਿੱਛੇ ਬੋਲੀ ਜਾਵੇ, ਉਹਦੇ ਪਾਪ ਕਰਮ ਵੀ ਦੂਰ ਕਰ ਦਿੱਤੇ। ਕੋੜ ਦਾ ਰੋਗ ਹੋਇਆ ਸੀ ਉਹ ਵੀ ਦੂਰ ਕਰ ਦਿੱਤਾ। ਤੇ ਸਾਧ ਸੰਗਤ ਜੀ ਜਗਤ ਦੇ ਬੰਧਨਾਂ ਤੋਂ ਵੀ ਬੰਦ ਖਲਾਸ ਕਰ ਦਿੱਤਾ ਸੀ ਪਰਮੇਸ਼ਰ ਦਾ ਨਾਮ ਸਰਵਣ ਕਰਵਾ ਕੇ। ਸੋ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਇਹ ਬਚਨ ਕੀਤੇ ਹੈ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਪਰਮੇਸ਼ਰ ਦਾ ਨਾਮ ਸਰਵਣ ਕਰਨੇ ਕਰਕੇ ਦੁੱਖਾਂ ਦੀ ਨਿਵਰਤੀ ਹੋ ਜਾਂਦੀ ਹੈ। ਪਾਪ ਕਰਮ ਤੋਂ ਜੀਵ ਇਹ ਮਲੀਨਤਾ ਤੋਂ ਰਹਿਤ ਹੋ ਜਾਂਦਾ, ਹਿਰਦਾ ਸ਼ੁੱਧ ਹੋ ਜਾਂਦਾ ਹੈ। ਸਤਿਗੁਰੂ ਜੀ ਦੇ ਬਚਨ ਪੜ੍ਹਦੇ ਹਾਂ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮ ਗਤ ਮੇਰੀ। ਇੱਥੇ ਵੀ ਸੁਣਨ ਦਾ ਹੀ ਮਹਾਤਮ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਰਸਾਇਆ। ਔਰ ਹਜੂਰ ਦੇ ਬਚਨ ਪੜ੍ਹਦੇ ਹਾਂ, ਧੰਨ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦੇ ਸੁਣਤੇ ਪੁਨੀਤ ਕਹਤੇ ਪਵਿੱਤ। ਜਿੱਥੇ ਰਸਨਾ ਤੋਂ ਪਰਮੇਸ਼ਰ ਦਾ ਜਸ ਗਾਉਣ ਵਾਲੇ ਪਵਿੱਤਰ ਹੋ ਜਾਂਦੇ ਹੈ, ਪਤਿਤ ਜੀਵ ਵੀ ਪਾਵਨ ਬਣ ਜਾਂਦੇ ਨੇ। ਤਿੱਥੇ ਪਰਮਾਤਮਾ ਨੂੰ ਵਾਹਿਗੁਰੂ ਦੇ ਪਿਆਰ ਦੇ ਵਿੱਚ ਭੇਜ ਕਰਕੇ ਜਸ ਨੂੰ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣਨੇ ਵਾਲੇ ਵੀ ਪਵਿੱਤਰ ਹੋ ਜਾਂਦੇ ਹੈ। ਐਸੀ ਮਹਾਨ ਵਡਿਆਈ ਹੈ ਪਰਮੇਸ਼ਰ ਦਾ ਨਾਮ ਦੀ ਸਰਵਣ ਕਰਨੇ ਦੀ, ਜੋ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਰਸਾਈ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਜੋ ਅੱਜ ਦਾ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਕਿ ਇਹ ਸਿੱਧੋ ਗਰੀਬ ਨਵਾਜ ਸਤਿਗੁਰਾਂ ਨੇ ਸਾਧ ਸੰਗਤ ਜੀ ਭਾਵੇਂ ਸਿੱਧਾਂ ਦੇ ਪ੍ਰਥਾਏ ਉਚਾਰਨ ਕੀਤਾ, ਪਰ ਸਾਨੂੰ ਇਹ ਭਾਵਨਾ ਮਨ ਵਿੱਚ ਬਣਾਉਣੀ ਚਾਹੀਦੀ ਹੈ ਕਿ ਸਤਿਗੁਰੂ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ।
ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਸਿੱਖਿਆ ਦੇ ਰਹੇ ਹੈ, ਸਾਨੂੰ ਪਰਮੇਸ਼ਰ ਦੇ ਨਾਮ ਦਾ ਇਹ ਮਹਾਤਮ ਦਰਸਾ ਰਹੇ ਹੈ। ਤਾਂ ਹੀ ਸਾਧ ਸੰਗਤ ਜੀ ਸਾਡੇ ਮਨ ਵਿੱਚ ਭਰੋਸਾ ਆਵੇਗਾ। ਜੇ ਇਹ ਸਮਝ ਰਿਹਾ ਕਿ ਇਹ ਸਿੱਧਾਂ ਨੂੰ ਉਪਦੇਸ਼ ਦਿੱਤਾ ਹੈ, ਇਹਦੇ ਵਿੱਚ ਕਿਹੜਾ ਸਾਨੂੰ ਉਪਦੇਸ਼ ਦਿੱਤਾ ਹੈ, ਫਿਰ ਸਾਧ ਸੰਗਤ ਜੀ ਸਤਿਗੁਰਾਂ ਦੇ ਉਪਦੇਸ਼ ਤੋਂ ਲਾਹਾ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਸਤਿਗੁਰਾਂ ਦੇ ਉਪਦੇਸ਼ ਨੂੰ ਜੀਵਨ ਵਿੱਚ ਕਮਾਇਆ ਨਹੀਂ ਜਾ ਸਕਦਾ। ਇਹ ਮਨ ਵਿੱਚ ਇਹ ਭਾਵਨਾ ਬਣਾ ਕੇ ਮਹਾਰਾਜ ਸੱਚੇ ਪਾਤਸ਼ਾਹੀ ਦਾ ਜਸ ਸੁਣਨਾ ਚਾਹੀਦਾ ਹੈ। ਚਾਹੇ ਗੁਰਬਾਣੀ ਦਾ ਪਾਠ ਹੋ ਰਿਹਾ ਹੋਵੇ, ਪਾਠੀ ਸਿੰਘ ਭਾਵੇਂ ਗੁਰਬਾਣੀ ਦਾ ਪਾਠ ਕਰ ਰਿਹਾ ਹੋਵੇ, ਔਰ ਚਾਹੇ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੋਵੇ, ਜਾਂ ਗੁਰੂ ਸ਼ਬਦ ਦੀ ਵਿਚਾਰ ਹੋ ਰਹੀ ਹੋਵੇ, ਮਨ ਵਿੱਚ ਇਹ ਭਾਵਨਾ ਬਣਾਉਣੀ ਚਾਹੀਦੀ ਹੈ, ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸਤਿਗੁਰੂ ਜੀ ਸਾਨੂੰ ਸਤ ਸੰਗਤ ਰੂਪੀ ਕਲਾਸ ਦੇ ਵੀ ਸਮਝਾ ਰਹੇ ਹੈ। ਭਾਵਨਾ ਦੇ ਨਾਲ ਗਰੀਬ ਨਵਾਜ ਸਤਿਗੁਰਾਂ ਦਾ ਜਸ ਸਰਵਣ ਕਰਨਾ ਚਾਹੀਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ। ਸਤਿਗੁਰੂ ਜੀ ਦੇ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ ਬੇਨਤੀ ਹੈ। ਸਾਧ ਸੰਗਤ ਜੀ, ਗਰੀਬ ਨਵਾਜ ਸਤਿਗੁਰੂ ਜੀ ਵਾਲੇ ਜਿਨ੍ਹਾਂ ਨੇ ਅਜੇ ਤਾਈਂ ਨਹੀਂ ਬਣਨਾ ਕੀਤਾ, ਭਾਵ ਜਿਨ੍ਹਾਂ ਨੇ ਅਜੇ ਪਤਿਤ ਪੁਣੇ ਔਰ ਨਸ਼ਿਆਂ ਦੇ ਵਿੱਚ ਹੀ ਗਲਤਾਨ ਹੋਣਾ ਕੀਤਾ ਹੈ, ਬੇਨਤੀ ਹੈ ਪਤਿਤ ਪੁਣੇ ਨੂੰ, ਨਸ਼ਿਆਂ ਨੂੰ ਤਿਆਗੋ। ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲਾ ਬਣਾਵੋ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਐਸੀ ਮਹਾਰਾਜ ਸੱਚੇ ਪਾਤਸ਼ਾਹੀ ਤੋਂ ਮਹਾਨ ਬਖਸ਼ਿਸ਼ ਨੂੰ ਪ੍ਰਾਪਤ ਕਰੋ। ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਾਹਲ ਛਕ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਧਾਰਨ ਕਰਕੇ ਇਹ ਲੋਕ ਪਰਲੋਕ ਸਵਾਰਨਾ ਕਰੋ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਸੰਗਤ ਬਖਸ਼ਣਹਾਰ ਹੋ ਬਖਸ਼ ਲੈਣਾ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਨਾਨਕ ਭਗਤਾ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।